बिल्कुल असीं गलबात जिहड़ी आ ओह कर रहे हैं इलैक्शन जिहड़ी आ ਉਹਨੂੰ ਲੈ ਕੇ। ਇਹ ਪਹਿਲੇ ਤੇ ਰਸੋਈ ਸਸਤੀ ਕਰਨ ਘਰ ਦੀ ਰਸੋਈ ਬਹੁਤ ਮਹਿੰਗੀ ਹੈ। ਕਿ ਰਾਜਨੀਤੀ ਕਾਹਦੀ ਹੈ? ਰਾਜਨੀਤੀ ਉਹ ਹੁੰਦੀ ਜਿਹੜੀ ਹਰੇਕ ਦੀ ਸੁਣੇ, ਗੱਲਬਾਤ ਨੂੰ ਸੁਣੇ, ਸਮਝੇ। ਫਿਰ ਗਰੀਬਾਂ ਤੇ ਹਕੂਮਤਾਂ ਕਰਦੇ ਆ, ਚਲੋ ਆ ਫਲਾਣਾ ਕੰਮ ਕਰ, ਆ ਢੀਂਗੜਾ ਕੰਮ ਕਰ, ਪਰ ਜਨਤਾ ਦੇ ਨਾਲ, ਗਰੀਬ ਦੇ ਨਾਲ ਇਨਸਾਫ ਕਰੇ। ਪਰ ਇਨਸਾਫ ਨਹੀਂ ਜੇ ਹੁੰਦਾ। ਇੱਧਰੋਂ ਬੱਚਾ ਗਿਆ, ਮੈਨੂੰ ਦੱਸਿਆ ਉਹਨੇ ਕਿ ਅੰਗਰੇਜ਼ ਜਿਹੜਾ ਉਹਨੇ ਮੇਰੀ ਇੰਟਰਵਿਊ ਲਈ ਤੇ ਉਹਨੇ ਕਿਹਾ ਕੀ ਹਾਊ ਮੱਚ ਤੁਸੀਂ ਕਿੰਨੇ ਪੈਸੇ ਲਓਗੇ? ਉਹਨੇ ਕਿਹਾ ਮੈਂ $50,000 ਲਊਂਗਾ। ਔਰ ਅੰਗਰੇਜ਼ ਅਫਸਰ ਨੇ ਕਿਹਾ ਨੋ ਯੂ ਆਰ IT ਸਪੈਸ਼ਲਿਸਟ, ਯੂਅਰ ਜੌਬ ਸਟਾਰਟ ਫਰੋਮ $70,000। ਇਹ ਹੈ ਓਨੈਸਟੀ। ਪਟਵਾਰੀ ਤੋਂ ਲੈ ਕੇ ਤਹਿਸੀਲਦਾਰ SDM ਤੱਕ ਜਿੱਥੇ ਤੁਸੀਂ ਕੋਈ ਕੰਮ ਕਰਾਉਣਾ ਹੈ ਤਾਂ ਪੈਸੇ ਦਿਓ, ਫਿਰ ਲੁੱਟੇ ਜਾਓ, ਪੁੱਟੇ ਜਾਓ, ਹਸਪਤਾਲਾਂ ਜਾਓ, ਛਿੱਲੇ ਜਾਓ। ਸੋ ਬਿਲਕੁਲ ਅਸੀਂ ਗੱਲਬਾਤ ਜਿਹੜੀ ਆ ਉਹ ਕਰ ਰਹੇ ਹਾਂ ਇਲੈਕਸ਼ਨ ਜਿਹੜੀ ਆ ਉਹਨੂੰ ਲੈ ਕੇ। ਸੋ ਇੱਥੇ ਬਹੁਤ ਸਾਰੇ ਜਿਹੜੇ ਲੋਕ ਆ ਸੈਰ ਕਰਨ ਵਾਸਤੇ ਵੀ ਆਉਂਦੇ ਆ, ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਉਹ ਕਰਦੇ ਆ। ਤੇ ਇਹ ਪਹਿਲੇ ਤੇ ਰਸੋਈ ਸਸਤੀ ਕਰਨ ਘਰ ਦੀ ਰਸੋਈ ਬਹੁਤ ਮਹਿੰਗੀ ਹੈ। ਕਿ ਰਾਜਨੀਤੀ ਕਾਹਦੀ ਹੈ? ਰਾਜਨੀਤੀ ਉਹ ਹੁੰਦੀ ਜਿਹੜੀ ਹਰੇਕ ਦੀ ਸੁਣੇ, ਗੱਲਬਾਤ ਨੂੰ ਸੁਣੇ, ਸਮਝੇ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਵਿਧਾਨ ਸਭਾ ਇਲੈਕਸ਼ਨ 2022 ਜਿਸ ਦੇ ਸਬੰਧ ਦੇ ਵਿੱਚ ਇਸ ਵੇਲੇ ਪੰਜਾਬ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮ ਹੈ, ਚਾਹੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਉੱਥੇ ਹੀ ਪਾਰਟੀਆਂ ਦੇ ਵੱਲੋਂ ਵੱਖ-ਵੱਖ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਕਿਹਨੂੰ ਕਿਹੜੀ ਜਗ੍ਹਾ ਤੋਂ ਟਿਕਟ ਜਿਹੜੀ ਆ ਉਹ ਦਿੱਤੀ ਜਾ ਰਹੀ ਆ, ਅਤੇ ਉਹਦੇ ਨਾਲ ਹੀ ਜਿਹੜੇ ਆਗੂ ਨਾਖੁਸ਼ ਨੇ ਉਹ ਲਗਾਤਾਰ ਪਾਰਟੀਆਂ ਵੀ ਬਦਲ ਰਹੇ ਨੇ। ਸੋ ਮੁੱਖ ਤੌਰ ਦੇ ਉੱਤੇ ਲੋਕਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ। ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਹਾਂ, ਅਤੇ ਇੱਥੇ ਜਿਹੜੇ ਲੋਕ ਸੈਰ ਕਰਨ ਵਾਸਤੇ ਜਾਂ ਉੱਦਾਂ ਇੱਥੇ ਬੈਠਣ ਵਾਸਤੇ ਆਉਂਦੇ ਆ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੀਆਂ ਇਸ ਵੇਲੇ ਮੁੱਖ ਤੌਰ ਦੇ ਉੱਤੇ ਕੀ ਲੋੜਾਂ ਨੇ, ਲੋਕਾਂ ਦੇ ਜਿਹੜੇ ਕੀ ਮੁੱਦੇ ਹੈਗੇ ਨੇ, ਉਹਨਾਂ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕਰਾਂਗੇ। ਸੋ ਆਓ ਅਸੀਂ ਗੱਲਬਾਤ ਜਿਹੜੀ ਆ ਉਹ ਕਰਦੇ ਹਾਂ। ਇੱਥੇ ਇੱਕ ਅੰਕਲ ਜਿਹੜੇ ਆ ਉਹ ਬੈਠੇ ਵੀ ਨੇ। ਸਤਿ ਸ਼੍ਰੀ ਅਕਾਲ ਜੀ ਅੰਕਲ ਜੀ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ? ਇਲੈਕਸ਼ਨ ਜਿਹੜੀ ਆ ਰਹੀ ਆ, ਬੜੇ ਵਾਅਦੇ ਕੀਤੇ ਜਾ ਰਹੇ, ਕਈ ਗੱਲਾਂ ਕੀਤੀਆਂ ਜਾ ਰਹੀਆਂ, ਤੁਸੀਂ ਕੀ ਮਹਿਸੂਸ ਕਰਦੇ ਜੇ? ਬਾਬਾ ਜੀ ਅਸੀਂ ਤਾਂ ਇਹ ਗੱਲ ਕਹਿੰਦੇ ਹੈਗੇ ਆ ਕਿ ਇਲੈਕਸ਼ਨ ਬੰਦਾ ਜ਼ਰੂਰ ਲੜੇ, ਪਰ ਇਹ ਆ ਵੀ ਜਨਤਾ ਦੇ ਨਾਲ ਇਨਸਾਫ ਵੀ ਰੱਖੇ। ਪਰ ਇਨਸਾਫ ਕੋਈ ਨਹੀਂ ਜੇ ਕਰਦਾ। ਜੇ ਕਰਦਾ ਤਾਂ ਇਨਸਾਫ ਸਿਰਫ ਗੁਰੂ ਨਾਨਕ ਕਰਦਾ ਹੈ। ਕਿਉਂਕਿ ਮੈਂ ਤਾਂ ਬਾਣੀ ਵਾਲਾ ਬੰਦਾ ਆ, ਜੇ ਸੁਣਨਾ ਚਾਹੋ ਤਾਂ ਦੇਖੋ, ਆਪਾਂ ਨਿਤਨੇਮ ਦੀ ਬਾਣੀ 'ਚ ਪੜ੍ਹੀ ਦਾ ਕਿ ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ। ਯਾਨੀ ਕਿ ਬੇਗਿਣਤ ਮੂਰਖ ਜਿਹੜੇ ਨੇ ਘੋਰ ਹਨੇਰੇ ਦੇ ਵਿੱਚ ਪਏ ਫਿਰਦੇ ਨੇ, ਅਤੇ ਬੇਗਿਣਤ ਹਰਾਮ ਦਾ ਖਾਣ ਵਾਲੇ ਵੀ ਹਨ ਜਿਹੜੇ ਕਿ ਕੰਮ ਧੰਦਾ ਨਹੀਂ ਕਰਦੇ। ਫਿਰ ਮਹਾਰਾਜ ਕਹਿੰਦੇ ਆ ਸੰਖ ਅਮਰ ਕਰ ਜਾਹੇ ਜੋਰ, ਸੰਖ ਗਲ ਵੱਡ ਹੱਤਿਆ ਕਮਾਏ, ਸੰਖ ਪਾਪੀ ਪਾਪ ਕਰ ਜਾਏ। ਯਾਨੀ ਕਿ ਬੇਗਿਣਤ ਲੋਕ ਐਸੇ ਵੀ ਹਨ ਜਿਹੜੇ ਕਿ ਧਨ ਦੇ ਬਲ ਨਾਲ ਗਰੀਬਾਂ 'ਤੇ ਹਕੂਮਤਾਂ ਕਰਦੇ ਆ, ਚਲੋ ਆ ਫਲਾਣਾ ਕੰਮ ਕਰ, ਆ ਢੀਂਗੜਾ ਕੰਮ ਕਰ, ਬਸ ਹੁਕਮ ਚਲਾਉਣਾ। ਅਤੇ ਫਿਰ ਮਹਾਰਾਜ ਕਹਿੰਦੇ ਆ ਕਿ ਇਹ ਜਿਹੜੇ ਲੋਕ ਆ ਨਾ ਇੱਦਾਂ ਦੇ, ਇਹ ਲੋਕਾਂ ਦੇ ਗਲੇ ਵੱਢ ਕੇ ਫਿਰ ਪਾਪ ਵੀ ਕਰਦੇ ਆ। ਫਿਰ ਪਾਪੀ ਆਪਣਾ ਪਾਪ ਕਰਕੇ ਇਸ ਸੰਸਾਰ ਤੋਂ ਚਲੇ ਜਾਂਦੇ ਨੇ। ਇਹ ਜਿਹੜੇ ਹੁਣ ਸਿਆਸਤਦਾਨ ਜਿਵੇਂ ਵਾਅਦੇ ਕਰ ਰਹੇ ਆ, ਕੋਈ ਕਹਿੰਦਾ ਮੈਂ 2000 ਦਊਂਗਾ, ਕੋਈ ਕਹਿੰਦਾ ਮੈਂ ਸਿਲੰਡਰ ਦਊਂਗਾ, ਇਹਨਾਂ ਨੂੰ ਕਿਵੇਂ ਦੇਖਦੇ ਹੋ? ਇਹਨਾਂ ਨੂੰ ਮੈਂ ਕੀ ਦੇਖਣਾ, ਮੈਨੂੰ ਤਾਂ ਉਹ ਗੁਰੂ ਨਾਨਕ ਸਭ ਨੂੰ ਦੇਖਦਾ। ਕਿਉਂਕਿ ਮੈਂ ਤਾਂ ਇਤਨਾ ਹੀ ਕਹੂੰਗਾ ਕਿ ਅੱਜ ਕੱਲ੍ਹ ਦੇ ਜੋ ਜ਼ਮਾਨਾ ਚੱਲ ਰਿਹਾ ਨਾ, ਇਸ ਦੇ ਵਿੱਚ ਕੋਈ ਸ਼ਾਂਤ ਹੀ ਜਿਹੜਾ ਕੋਈ ਇਨਸਾਫ ਕਰਨ ਵਾਲਾ ਬੰਦਾ ਮਿਲਦਾ ਹੋਵੇ। ਤੁਹਾਨੂੰ ਕੀ ਲੱਗਦਾ ਪੰਜਾਬ ਦੀਆਂ ਮੁੱਖ ਤੌਰ ਦੇ ਉੱਤੇ ਕੀ ਲੋੜਾਂ ਹੋਣੀਆਂ ਚਾਹੀਦੀਆਂ, ਕਿਹੜੀਆਂ ਗੱਲਾਂ ਜਿਹੜੀਆਂ ਆ ਉਹਨਾਂ ਨੂੰ ਲੈ ਕੇ? ਕਹਿੰਦਾ ਵਾ ਭਾਵੇਂ ਕੋਈ ਵੀ ਪ੍ਰਧਾਨ ਮੰਤਰੀ ਬੈਠੇ, ਪਰ ਜਨਤਾ ਦੇ ਨਾਲ, ਗਰੀਬ ਦੇ ਨਾਲ ਇਨਸਾਫ ਕਰੇ। ਪਰ ਇਨਸਾਫ ਨਹੀਂ ਜੇ ਹੁੰਦਾ। ਇਹ ਸਿਰਫ ਆਪਣੇ ਪਰਿਵਾਰ ਵਾਸਤੇ ਸੋਚਦੇ ਆ ਅਤੇ ਆਪਣੀਆਂ ਕੁਰਸੀਆਂ ਵਾਸਤੇ ਸੋਚਦੇ ਆ, ਲੇਕਿਨ ਗਰੀਬ ਵਾਸਤੇ ਕੁਝ ਨਹੀਂ ਸੋਚਦੇ।
ਬਿਲਕੁਲ ਇਹ ਵਾਕਿਆ ਤੁਹਾਡੀ ਗੱਲ ਜਿਹੜੀ ਆ ਉਹ ਦਰੁਸਤ ਆ। ਸਰ ਇਲੈਕਸ਼ਨ ਜਿਹੜੀ ਆ ਉਹ ਆ ਰਹੀ ਹੈ ਇਸ ਵੇਲੇ, ਸਿਆਸਤ ਪੂਰੀ ਤਰ੍ਹਾਂ ਗਰਮ ਆ, ਪਾਰਟੀਆਂ ਵੀ ਬਦਲੀਆਂ ਜਾ ਰਹੀਆਂ ਨੇ। ਮੁੱਖ ਤੌਰ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿਹੜੇ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਗੱਲ ਹੋਣੀ ਚਾਹੀਦੀ ਆ, ਪਰ ਸਿਆਸਤਦਾਨ ਲਗਾਤਾਰ ਲੋਕਾਂ ਨੂੰ ਹਰ ਵਾਰੀ ਭਰਮਾ ਲੈਂਦੇ ਆ ਕਿ ਆਹ ਦੇਵਾਂਗੇ ਤੇ ਲੋਕ ਵੀ ਉਹਨਾਂ ਗੱਲਾਂ 'ਚ ਆ ਜਾਂਦੇ ਆ। ਬਿਲਕੁਲ ਅੱਜ ਤੋਂ 40 ਸਾਲ ਪਹਿਲਾਂ ਵੀ ਇਹੀ ਪਾਰਟੀਆਂ ਜਿਹੜੀਆਂ ਨੇ ਉਹ ਦੇਸ਼ ਨੂੰ ਲੁੱਟਦੀਆਂ ਸੀ। ਅੱਜ ਵੀ ਉਹੀ ਪਾਰਟੀਆਂ ਫਿਰ ਦੇਸ਼ ਨੂੰ ਲੁੱਟ ਰਹੀਆਂ। ਆਮ ਇਨਸਾਨ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਨਾ ਕਦੇ ਹੱਲ ਹੋਈਆਂ, ਨਾ ਉਹਨਾਂ ਵੱਲ ਕਦੀ ਇਹਨਾਂ ਦਾ ਧਿਆਨ ਗਿਆ। ਦਾਦਾ ਜਾਂਦਾ ਤੇ ਪੋਤਾ ਬਹਿ ਜਾਂਦਾ, ਚਾਚਾ ਜਾਂਦਾ ਤੇ ਭਤੀਜਾ ਬਹਿ ਜਾਂਦਾ। ਸੋ ਸਾਨੂੰ ਜਾਗਰਤ ਹੋਣਾ ਪਏਗਾ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਜਾਗਰਤ ਹੋਣਾ ਚਾਹੀਦਾ ਹੈ ਕਿ ਤੁਸੀਂ ਡਿਗਰੀਆਂ ਲੈ ਕੇ ਬਾਹਰਲੇ ਮੁਲਕਾਂ ਵੱਲ ਭੱਜਦੇ ਹੋ। ਤੁਸੀਂ ਡਿਗਰੀਆਂ ਲੈ ਕੇ ਇੱਥੇ ਕੋਈ ਰੈਵੂਲੇਸ਼ਨ ਲਿਆਓ, ਇੱਥੇ ਕੋਈ ਤਬਦੀਲੀ ਲਿਆਓ। ਕੀ ਤੁਸੀਂ ਇੱਕ ਮੁੱਠ ਨਹੀਂ ਹੋ ਸਕਦੇ? ਅੱਜ ਦਾ ਯੂਥ ਜਿਹੜਾ ਇੱਕ ਮੁੱਠ ਹੋਵੇ ਔਰ ਇਹਨਾਂ ਬਾਬਿਆਂ ਤੋਂ ਖਹਿੜਾ ਛੁਡਾਵੇ ਜਿਨ੍ਹਾਂ ਨੇ ਸਾਨੂੰ ਸ਼ੁਰੂ ਤੋਂ ਹੀ ਕਬਜ਼ੇ 'ਚ ਰੱਖਿਆ ਹੈ ਔਰ ਲੋਕਾਂ ਨੂੰ ਗੁੰਮਰਾਹ ਕਰਕੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਲਾਲਚ ਦੇ ਕੇ ਫਿਰ ਉਹ ਕੁਰਸੀ ਤੇ ਬਹਿ ਜਾਂਦੇ ਨੇ। ਇੱਕ ਆਮ ਅਦਾਰਿਆਂ ਤੋਂ ਲੈ ਕੇ ਧਾਰਮਿਕ ਅਦਾਰਿਆਂ ਤੱਕ ਉਹਨਾਂ ਦਾ ਕਬਜ਼ਾ ਹੈ। ਸੋ ਤੁਸੀਂ ਕਿੱਧਰ ਜਾ ਰਹੇ ਹੋ? ਯੂਥ ਨੂੰ ਮੈਂ ਬੇਨਤੀ ਕਰਦਾ ਕਿ ਪਲੀਜ਼ ਅੱਗੇ ਆਓ। ਤੁਸੀਂ ਆਪਣੀ ਕੋਈ ਇਹੋ ਜਿਹੀ ਪਾਰਟੀ, ਕੋਈ ਆਪਣੀ, ਜਿਸ ਤਰ੍ਹਾਂ ਭਗਤ ਸਿੰਘ ਨੇ ਇੱਕ ਰੈਵੂਲੇਸ਼ਨ ਲਿਆਂਦਾ ਸੀ ਜੀ ਆਪਣੇ ਦੇਸ਼ ਦੇ ਅੰਦਰ, ਉਹਨਾਂ ਯੋਧਿਆਂ ਨੂੰ ਯਾਦ ਕਰੋ, ਸ਼ਹੀਦ ਊਧਮ ਸਿੰਘ ਨੂੰ ਯਾਦ ਕਰੋ, ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰੋ। ਅੱਜ ਉਹੋ ਜਿਹੀ ਲੋੜ ਹੈ ਤੁਹਾਡੇ ਅੰਦਰ, ਉਹੋ ਜਿਹੀ ਇੱਕ ਸਪਿਰਿਟ ਪੈਦਾ ਹੋਵੇ ਕਿ ਤੁਸੀਂ ਇੱਕ ਅਲੱਗ ਤਰ੍ਹਾਂ ਦੀ ਇੱਕ ਸਮਾਜਿਕ ਢਾਂਚਾ ਸਥਾਪਿਤ ਕਰੋ। ਇਹ ਪੁਰਾਣੇ ਢਾਂਚੇ ਦੇ ਵਿੱਚ ਆਪਾਂ ਕਦੋਂ ਤੱਕ ਲੁੱਟੇ ਜਾਵਾਂਗੇ? ਇਸੇ ਤਰ੍ਹਾਂ ਹੀ ਤੁਹਾਡੀਆਂ ਪੀੜ੍ਹੀਆਂ ਦਰ ਪੀੜ੍ਹੀ ਜਿਹੜੇ ਆ ਤੁਸੀਂ ਗੁਲਾਮੀ ਦੇ ਜੂਲੇ ਨੂੰ ਆਪਣੇ ਗਲ 'ਚ ਪਾ ਕੇ ਤੁਰੇ ਜਾ ਰਹੇ ਹੋ। ਇਹਨੂੰ ਲਾਉਣ ਦੀ ਕੋਸ਼ਿਸ਼ ਕਰੋ ਪਲੀਜ਼। ਤੁਸੀਂ ਨਵੀਂ ਕੋਈ ਚੀਜ਼ ਬਣਾਓ, ਨਵਾਂ ਕੋਈ ਆਪਣਾ ਇੱਕ ਜਥੇਬੰਦੀ ਹੋਵੇ, ਨਵੀਂ ਇੱਕ ਸੋਚ ਹੋਵੇ, ਤੁਸੀਂ ਕਰ ਸਕਦੇ ਹੋ। ਸਮਾਜ ਦੇ ਵਿੱਚ ਨੌਜਵਾਨ ਜਿਹੜਾ ਕੀ ਨਹੀਂ ਕਰ ਸਕਦਾ? ਨੌਜਵਾਨ ਜਿਹੜਾ ਹੈ ਉਹ ਪਹਾੜਾਂ ਨੂੰ ਚੀਰ ਕੇ ਲੰਘ ਜਾਂਦਾ ਔਰ ਨੌਜਵਾਨ ਜੇ ਬਗਾਵਤ 'ਤੇ ਉਤਰ ਆਵੇ ਤਾਂ ਚੰਗਿਆਈ ਵੱਲ ਤੁਰ ਪਵੇ ਤਾਂ ਇੱਕ ਚੰਗਾ ਸਮਾਜ ਸਿਰਜਿਆ ਜਾ ਸਕਦਾ ਹੈ। ਔਰ ਉਹਨੂੰ ਚਾਹੀਦਾ ਹੈ ਕਿ ਇਹੋ ਜਿਹੀ ਕੋਈ ਸੋਚ ਪੈਦਾ ਕਰੇ, ਇੱਕ ਜਥੇਬੰਦੀ ਜਿਹੜੀ ਹੈ ਨੀਚੇ ਤੋਂ ਸ਼ੁਰੂ ਹੋਵੇ ਔਰ ਇੱਕ ਨੈਸ਼ਨਲ ਲੈਵਲ 'ਤੇ ਇੱਕ ਯੂਨਿਟੀ ਬਣੇ ਔਰ ਅਸੀਂ ਅੱਗੇ ਵਧੀਏ ਔਰ ਇੱਕ ਦੇਸ਼ ਨੂੰ ਬਾਹਰਲੇ ਮੁਲਕਾਂ ਦੀ ਤਰ੍ਹਾਂ। ਉੱਥੇ ਇੱਕ ਤੁਹਾਡੀ ਇੰਟਰਵਿਊ ਹੁੰਦੀ ਹੈ ਔਰ ਤੁਸੀਂ ਕਹਿੰਦੇ ਹੋ ਸਰ ਇੱਧਰੋਂ ਬੱਚਾ ਗਿਆ, ਮੈਨੂੰ ਦੱਸਿਆ ਉਹਨੇ ਕਿ ਅੰਗਰੇਜ਼ ਜਿਹੜਾ ਉਹਨੇ ਮੇਰੀ ਇੰਟਰਵਿਊ ਲਈ ਤੇ ਉਹਨੇ ਕਿਹਾ ਕੀ ਹਾਊ ਮੱਚ, ਤੁਸੀਂ ਕਿੰਨੇ ਪੈਸੇ ਲਓਗੇ? ਉਹਨੇ ਕਿਹਾ ਮੈਂ $50,000 ਲਊਂਗਾ ਔਰ ਅੰਗਰੇਜ਼ ਅਫਸਰ ਨੇ ਕਿਹਾ ਨੋ, ਯੂ ਆਰ IT ਸਪੈਸ਼ਲਿਸਟ, ਯੂਅਰ ਜੌਬ ਸਟਾਰਟ ਫਰੋਮ $70,000। ਇਹ ਹੈ ਓਨੈਸਟੀ। ਇੱਥੇ ਜੀ ਉਹ ਕਹਿੰਦਾ ਇੰਟਰਵਿਊ ਦੇ ਵਿੱਚ ਮੈਂ $50,000 ਲੈਣੇ ਆ ਤਾਂ ਇਹਨਾਂ ਨੇ ਕਹਿਣਾ ਸੀ ਨਹੀਂ 30 ਦੇਣੇ। ਇਹ ਜਿੰਨਾ ਚਿਰ ਸੋਚ ਨਹੀਂ ਬਦਲਦੀ, ਸਮਾਜਿਕ ਢਾਂਚਾ ਨਹੀਂ ਬਦਲਦਾ, ਉਦੋਂ ਤੱਕ ਵੋਟਾਂ ਪਾਈ ਜਾਓ ਬਸ ਠੀਕ ਹੈ। ਫਿਰ ਚਾਚੇ ਭਤੀਜੇ ਨੂੰ ਮੰਤਰੀ ਬਣਾਓ, ਉਹਨਾਂ ਦੀਆਂ ਕਾਰਾਂ ਦੇ ਪਿੱਛੇ ਭੱਜੋ। ਇੱਕ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ SDM ਤੱਕ ਜਿੱਥੇ ਤੁਸੀਂ ਕੋਈ ਕੰਮ ਕਰਾਉਣਾ ਹੈ ਤਾਂ ਪੈਸੇ ਦਿਓ, ਫਿਰ ਲੁੱਟੇ ਜਾਓ, ਪੁੱਟੇ ਜਾਓ, ਹਸਪਤਾਲਾਂ ਜਾਓ, ਛਿੱਲੇ ਜਾਓ। ਤੁਹਾਡੀ ਕੋਈ ਸਿਹਤ ਮੁਫਤ ਨਹੀਂ ਹੈਗੀ, ਕੋਈ ਸਿੱਖਿਆ ਮੁਫਤ ਨਹੀਂ ਹੈਗਾ, ਕੋਈ ਤੁਹਾਨੂੰ ਕੋਈ ਸਹੂਲਤਾਂ ਹੀ ਨਹੀਂ ਹੈਗੀਆਂ। ਤੁਹਾਡੀ ਸੋਚ ਜਿਹੜੀ ਹੈ ਜਿੰਨਾ ਚਿਰ ਨਹੀਂ ਬਦਲਦੀ, ਇਹ ਨੇਤਾ ਦੇ ਕੋਲੋਂ ਤੁਸੀਂ ਕੋਈ ਆਸ ਨਹੀਂ ਰੱਖ ਸਕਦੇ। ਥੈਂਕ ਯੂ। ਸੋ ਬਿਲਕੁਲ ਅਸੀਂ ਗੱਲਬਾਤ ਜਿਹੜੀ ਆ ਉਹ ਕਰ ਰਹੇ ਹਾਂ ਇਲੈਕਸ਼ਨ ਜਿਹੜੀ ਆ ਉਹਨੂੰ ਲੈ ਕੇ। ਸੋ ਇੱਥੇ ਬਹੁਤ ਸਾਰੇ ਜਿਹੜੇ ਲੋਕ ਆ ਸੈਰ ਕਰਨ ਵਾਸਤੇ ਵੀ ਆਉਂਦੇ ਆ, ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਉਹ ਕਰਦੇ ਆ। ਤੇ ਕੀ ਕਹਿਣਾ ਚਾਹੋਗੇ ਜਿਹੜੀ ਇਲੈਕਸ਼ਨ ਆ ਉਹਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਚਿਹਰੇ ਇਸ ਵੇਲੇ ਸਾਹਮਣੇ ਆ, ਕਈ ਤਰ੍ਹਾਂ ਦੇ ਵਾਅਦੇ ਵੀ ਕੀਤੇ ਜਾ ਰਹੇ, ਕਈ ਗੱਲਾਂ ਕੀਤੀਆਂ ਜਾ ਰਹੀਆਂ। ਤੁਸੀਂ ਕੀ ਸਮਝਦੇ ਜੇ ਕੀ ਹੋਣਾ ਚਾਹੀਦਾ ਮੁੱਖ ਤੌਰ ਦੇ ਉੱਤੇ? ਕੀ ਲੋੜਾਂ ਨੇ ਇੱਕ ਆਮ ਬੰਦੇ ਦੀਆਂ? ਹਜੇ ਦੇਖੋ ਜੀ ਗੁੰਝਲ ਪਏ ਹੋਏ ਕੋਈ ਪਤਾ ਨਹੀਂ ਕਿੰਨੇ ਆਣਾ ਕਿੰਨੇ ਇਸ ਟਾਈਮ ਤੇ ਗੁੰਝਲ ਹੀ ਪਏ ਨੇ। ਵਾਅਦੇ ਸਾਰੇ ਕਰ ਰਹੇ ਆ, ਵਾਅਦੇ ਕਰ ਰਹੇ ਸਾਰੇ ਜੀ, ਪਰ ਕੋਈ ਸਮਝ ਨਹੀਂ ਲੱਗਣੀ ਜੀ। ਹਜੇ ਥੋੜਾ ਟਾਈਮ ਵਿਚਗਣਾ ਹੋ ਜੀ ਜੋ 1 ਤਰੀਕ ਤੋਂ ਬਾਅਦ ਫੇਰ ਪਤਾ ਲੱਗੇਗਾ ਕੀ ਰਿਜ਼ਲਟ ਆਣਾ। ਤੁਹਾਨੂੰ ਜਿਉਂ ਟਾਈਮ ਲੱਗ ਗਿਆ ਜਾਂਦਾ ਪਤਾ ਲੱਗਦਾ ਜਾਂਦਾ ਹੈ। ਤੁਹਾਨੂੰ ਕੀ ਲੱਗਦਾ ਵਾ ਮੁੱਖ ਤੌਰ ਦੇ ਉੱਤੇ ਕੀ ਹੋਣਾ ਚਾਹੀਦਾ ਵਾ ਖਾਸ ਤੌਰ ਤੇ ਆਮ ਲੋਕਾਂ ਵਾਸਤੇ, ਗਰੀਬ ਲੋਕਾਂ ਵਾਸਤੇ? ਕਿਉਂਕਿ ਵਾਅਦੇ ਤੇ ਹਰ ਵਾਰੀ ਹੋ ਜਾਂਦੇ ਆ, ਸੌਂਵਾਂ ਵੀ ਖਾ ਲੈਂਦੇ ਆ, ਪਰ ਤੇ ਪਹਿਲੇ ਤੇ ਰਸੋਈ ਸਸਤੀ ਕਰਨ ਘਰ ਦੀ। ਰਸੋਈ ਬਹੁਤ ਮਹਿੰਗੀ ਹੈ, ਇਹੋ ਤੇ ਮੇਨ ਮਾੜੇ ਬੰਦੇ ਦਿੰਦੇ। ਰਸੋਈ ਬਹੁਤ ਮਹਿੰਗੀ, ਤੇਲ ਜਿਸ ਤਰ੍ਹਾਂ ਸਿਲੰਡਰ, ਇਹ ਚੀਜ਼ਾਂ ਮਾੜੇ ਬੰਦੇ ਵਾਸਤੇ ਬਹੁਤ। ਆਟਾ ਇੰਨਾ ਮਹਿੰਗਾ ਆ। ਆਹ ਚੀਜ਼ਾਂ ਜਿਹੜੀਆਂ ਨਾ, ਇੱਕ ਹੈ ਕਰਪਸ਼ਨ ਜਿਹੜਾ, ਚੋਰੀਆਂ ਚਕਾਰੀਆਂ, ਇਹ ਵੀ ਚੀਜ਼ਾਂ ਰੋਕਣੀਆਂ ਚਾਹੀਦੀਆਂ, ਸਖਤੀ ਕਰਨੀ ਚਾਹੀਦੀ ਹੈ। ਟ੍ਰੈਫਿਕ ਦਾ ਕੋਈ ਰੂਲ ਨਹੀਂ ਹੈ,
ਟ੍ਰੈਫਿਕ ਕਿੰਨੀ ਹੈ। ਕੋਈ ਜਿਹਦਾ ਜਿੱਥੇ ਦਿਲ ਕਰਦਾ ਗੱਡੀ ਲਾ ਕੇ ਤੁਰ ਪੈਂਦਾ। ਲਿਮਟ ਫਾਈਨੈਂਸ ਵਾਲੇ 20,000 ਦੇ ਗੱਡੀ ਲੈ ਲੈਂਦੇ ਤੇ ਲਾਉਣ ਨੂੰ ਜਗ੍ਹਾ ਨਹੀਂ ਤੇ ਗੱਡੀਆਂ ਲਈ ਜਾਂਦੇ। ਬਸ ਆਹ ਚੀਜ਼ਾਂ ਜਿਹੜੀਆਂ ਨੇ ਰੋਕਣੀਆਂ ਪੈਂਦੀਆਂ। ਨਸ਼ਾ ਤੁਹਾਨੂੰ ਲੱਗਦਾ ਘੱਟ ਹੋਇਆ ਪਿਛਲੇ ਸਮੇਂ ਦੇ ਵਿੱਚ? ਨਹੀਂ, ਨਸ਼ੇ ਬਾਰੇ ਨਹੀਂ ਕੋਈ ਨੌਲੇਜ, ਨਸ਼ੇ ਬਾਰੇ ਨਹੀਂ ਨੌਲੇਜ। ਵਿਸਕੀਆਂ ਵੁਸਕੀਆਂ ਲੋਕੀ ਪੀਂਦੇ ਆ, ਇੰਜੋਏ ਕਰਦੇ ਆ। ਅੱਜ ਕੱਲ੍ਹ ਤਾਂ ਵੈਸੇ ਠੰਡ ਹੈ। ਪਰ ਜਿਹੜਾ ਸਮੈਕ ਵਾਲਾ ਨਸ਼ਾ ਆ, ਜਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਗੱਲਾਂ ਆ, ਉਹ ਚੀਜ਼ਾਂ ਜਿਹੜੀਆਂ ਆ ਉਹ ਜਦੋਂ ਸਖਤੀ ਹੁੰਦੀ ਆ ਤਾਂ ਉਹ ਮਹਿੰਗੀਆਂ ਜ਼ਰੂਰ ਹੋ ਜਾਂਦੀਆਂ ਨੇ, ਪਰ ਸਸਤੀਆਂ ਜਿਹੜੀਆਂ ਆ ਉਹ ਨਹੀਂ ਹੁੰਦੀਆਂ। ਸੋ ਇੱਥੇ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਕਰ ਲੈਂਦੇ ਆ ਇਲੈਕਸ਼ਨ ਨੂੰ ਲੈ ਕੇ। ਕੀ ਕਹਿਣਾ ਚਾਹੋਗੇ ਜੀ, ਜਿਹੜੀ ਇਲੈਕਸ਼ਨ ਆ ਹੁਣ ਆ ਰਹੀ ਆ, ਉਹਨੂੰ ਲੈ ਕੇ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਆ, ਕਈ ਬਹੁਤ ਹੀ ਗੱਲਾਂ ਚੀਜ਼ ਕੋਈ ਨਹੀਂ ਚਾਹੀਦੀ। ਜੀ। ਇਹ ਮੂੰਹ ਦੀ ਪੁੱਛ ਆਪ ਪਾਰਟੀ ਮੂੰਹ ਦਿੰਦਾ ਪਿਆ 3.5 ਲੱਖ ਕਰੋੜ ਰੁਪਏ ਦਾ ਅੱਗੇ ਘਾਟਾ ਪੈਂਦਾ ਪਿਆ, ਕੱਜਾ ਪੈਂਦਾ, ਕਿੰਨਾ ਕੱਜਾ ਪੈਣਾ ਹੋਰ। ਹੁਣ ਵਾਅਦੇ ਦਿੰਦਾ। ਇੱਕ ਵਿਜ਼ਨ ਕੀ ਹੈ ਆਪ ਪਾਰਟੀ ਦਾ, ਇਹ ਵੀ ਚੀਜ਼ ਦੇਖੋ। ਜੀ ਜੀ, ਵਾਅਦੇ ਸਾਰੇ ਕਰੀ ਜਾ ਰਹੇ ਆ ਕਿ ਆ ਵਰਗਲਾ ਕੇ ਮੁੜ ਕੇ ਬਸ ਵਾਅਦੇ ਬਾਅਦ ਕੁਝ ਨਹੀਂ ਹੋਣਾ। ਜੀ। ਵਾਅਦੇ ਕਰੀਏ ਨਾ, ਹੋਣਾ ਕੁਛ, ਅਸੀਂ ਲੁੱਟ ਪੁੱਟ ਹੋਣੀ ਬਾਅਦ ਚ। ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਵਾ ਅਸਲ ਦੇ ਵਿੱਚ, ਜੇ ਇੱਕ ਸਹੀ ਵਿਜ਼ਨ ਜਿਹੜੀ ਆ ਉਹ ਦਿੱਤੀ ਜਾਵੇ ਤੇ ਕੀ ਹੋਣਾ ਚਾਹੀਦਾ ਵਾ ਪੰਜਾਬ ਦੇ ਵਿੱਚ ਇਸ ਵੇਲੇ ਮੁੱਖ ਤੌਰ ਤੇ ਕੀ ਲੋੜ ਆ? ਲਾ ਐਂਡ ਆਰਡਰ, ਬਸ ਹੋਰ ਕੁਛ ਨਹੀਂ ਚਾਹੀਦਾ ਸਾਨੂੰ, ਉਹ ਕੰਟਰੋਲ ਹੋਣਾ ਚਾਹੀਦਾ ਬਸ। ਜੀ। ਬੇਰੁਜ਼ਗਾਰੀ ਬੜੀ ਆ। ਬੇਰੁਜ਼ਗਾਰੀ ਕਿਸ ਤਰ੍ਹਾਂ ਹੋਈ? ਪਹਿਲੇ ਆਬਾਦੀ ਘਟਾਓ, ਆਬਾਦੀ ਘਟਾਉਂਦਾ ਨਹੀਂ, ਮਹਿੰਗਾਈ ਤੇ ਆਪੇ ਹੋਣੀ ਹੈ। ਜੀ। ਆਬਾਦੀ ਪਰ ਆਬਾਦੀ ਕੋਈ ਸੋਚਦਾ ਕੋਈ ਨਹੀਂ। ਉਹ ਕਹਿੰਦਾ ਮੇਰੀ ਕਮਿਊਨਿਟੀ ਵਧੇ, ਉਹ ਕਹਿੰਦਾ ਮੇਰੀ ਵਧੇ, ਇਹ ਚੀਜ਼ ਹੈ ਨਾ। ਨਸ਼ਾ ਵੀ ਬਹੁਤ ਜ਼ਿਆਦਾ। ਸਾਰੀ ਉਹੀ ਲਾਂਟ ਔਰ ਸਾਰੀ ਉਹੀ ਆਇਆ, ਨਸ਼ਾ ਇੰਦਾ ਸਾਰਾ। ਜੀ। ਸੋ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜੀ ਇਲੈਕਸ਼ਨ ਆ ਉਹਨੂੰ ਲੈ ਕੇ? ਜਦੋਂ ਇਲੈਕਸ਼ਨ ਨੇੜੇ ਆਉਂਦੀ ਆ ਤਾਂ ਵਾਅਦੇ ਲਗਾਤਾਰ ਵਾਅਦੇ ਜਿਹੜੇ ਆ ਉਹ ਹੋਈ ਜਾਂਦੇ ਆ, ਤੇ ਪਰ ਬਾਅਦ ਦੇ ਵਿੱਚ ਕੋਈ ਨਹੀਂ ਪੁੱਛਦਾ। ਬਾਅਦ 'ਚ ਦੇਖੋ ਅਸੀਂ ਤਾਂ ਉਹਦੇ ਜਿਹੜਾ ਕਿ ਨਵੀਂ ਪਾਰਟੀ ਆਉਣੀ ਚਾਹੀਦੀ, ਜਿਹੜੀ ਹੈ ਕਿ ਜਿਹੜੀ ਕੀ ਨਾਂ ਇਹਦਾ, ਜਿਹੜੀ ਆਪ ਆਦਮੀ ਪਾਰਟੀ ਆਉਣੀ ਚਾਹੀਦੀ ਹੈ। ਕਿਉਂਕਿ ਉਹਦੇ ਵਿੱਚ ਵੀ ਵਿਜੇ ਕੁਮਾਰ ਪ੍ਰਤਾਪ ਸਿੰਘ, ਜਿਹੜਾ ਕਿ ਉਹਨੂੰ ਮੁੱਖ ਮੰਤਰੀ ਦੇ ਨਾਂ ਉਹ ਪੁੱਛਦੇ ਪਏ ਸੀ ਕਿ ਕਿਹਦਾ ਨਾਂ ਘੋਸ਼ਿਤ ਕੀਤਾ ਜਾਵੇ। ਅਸੀਂ ਕਹਿੰਦੇ ਹਾਂ ਕਿ ਵੀ ਉਹਦਾ ਨਾਂ ਘੋਸ਼ਿਤ ਕੀਤਾ ਜਾਵੇ। ਨਵੀਂ ਪਾਰਟੀ ਤੋਂ ਤੁਹਾਨੂੰ ਉਮੀਦਾਂ ਕੀ ਹੈਗੀਆਂ ਨੇ? ਹਾਂਜੀ, ਨਵੀਂ ਪਾਰਟੀ ਦੀ ਉਮੀਦਾਂ ਕਿ ਜਿਸ ਤਰ੍ਹਾਂ ਉਹਨੇ ਦਿੱਲੀ 'ਚ ਸਭ ਕੁਝ ਦਿਖਾਇਆ ਆਪਣਾ ਆਪ, ਉਸ ਤਰ੍ਹਾਂ ਇੱਥੇ ਵੀ ਕੁਝ ਨਾ ਕੁਝ ਦਿਖਾਏਗਾ। ਇਹਨਾਂ ਦੇ ਤਾਂ ਸਾਰੇ ਅਸੀਂ ਦਰਸ਼ਨ ਕਰ ਚੁੱਕੇ 75 ਸਾਲਾਂ ਦੇ ਵਿੱਚ। ਇਹਨਾਂ ਦੇ ਤਾਂ ਕੋਈ ਅਸਰ ਨਹੀਂ ਹੈਗਾ ਸਾਡੇ 'ਤੇ। ਇਸ ਕਰਕੇ ਨਵੇਂ ਦਾ ਟੇਸਟ ਦੇਖਣਾ ਪਏਗਾ। ਔਰ ਇਹ ਵੀ ਦੇਖਦੇ ਪਏ ਆ ਕਿ ਵੀ ਹੋ ਸਕਦਾ ਕਿ ਵੀ ਨਵਜੋਤ ਸਿੱਧੂ ਵੀ ਕੱਲ੍ਹ ਕਹਿੰਦੇ ਪਏ ਸੀ ਇੱਥੇ ਕਿ ਵੀ ਸ਼ਾਇਦ ਹਾਰ ਜਾਏ। ਹਾਂ, ਅੱਗੇ ਨਵਜੋਤ ਸਿੱਧੂ ਦਾ ਮਤਲਬ ਜਿਹੜਾ ਹੈ ਕਿ ਚਾਂਸ ਹੈ ਕਿ ਉਹ ਹਾਰ ਜਾਏਗਾ। ਕੀ ਕਾਰਨ ਕੀ ਉਹਦੇ ਪਿੱਛੇ? ਕਾਰਨ ਕੋਈ ਬਸ ਇਸੇ ਤਰ੍ਹਾਂ ਹੀ ਹੈ ਕਿ ਵੀ ਆਪਣੇ ਆਪ 'ਚ ਬੁਲਾਰਾ ਬਹੁਤ ਵੱਡਾ ਬੰਦਾ, ਆਪਣੇ ਆਪ ਦੇ ਵਿੱਚ ਬਹੁਤ ਹਮਾਕਤ ਸਮਝਦਾ ਵਾ। ਇਸ ਕਰਕੇ ਉਹ ਨਹੀਂ। ਔਰ ਉਹਦੇ ਵਿੱਚ ਵੀ 3 ਕੈਂਡੀਡੇਟ ਹੈਗੇ ਆ, ਕਾਂਗਰਸ ਦੇ ਵਿੱਚ 3 ਕੈਂਡੀਡੇਟ ਹੈਗੇ ਆ, ਉਹ ਜਿਹੜੇ ਕਿ ਵੀ ਉਹ ਨਹੀਂ ਉਹਨੂੰ ਕਾਮਯਾਬ ਹੋਣ ਦੇਣਗੇ। ਕੋਈ ਵੀ ਕਾਮਯਾਬ ਨਹੀਂ ਹੁੰਦਾ ਹੈਗਾ। ਇਹ ਕੈਂਡੀਡੇਟ ਹੈਗੇ 3 CM ਦੇ। ਬਿਲਕੁਲ, ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ, ਜਿਹੜੀ ਇਲੈਕਸ਼ਨ ਆ ਰਹੀ ਉਹਨੂੰ ਲੈ ਕੇ? ਇਲੈਕਸ਼ਨਾਂ ਦੇ ਬਾਰੇ ਤਾਂ ਅਸੀਂ ਕੀ ਕਹਿਣਾ ਜੀ, ਇਹ ਤਾਂ ਰਾਜਨੀਤੀ ਹੈ। ਇਹ ਰਾਜਨੀਤੀ ਜਦੋਂ ਵੋਟਾਂ ਟਾਈਮ ਆਉਂਦਾ ਤਾਂ ਹਰੇਕ ਆਦਮੀ ਇਹ ਕਹਿੰਦਾ ਜੀ ਸਾਨੂੰ ਵੋਟ ਦਿਓ, ਸਾਨੂੰ ਵੋਟ ਦਿਓ। ਮੁੜ ਕੇ 5 ਸਾਲ ਤੋਂ ਬਾਅਦ ਅਸੀਂ ਇੱਕ ਬੱਚੇ ਸਾਈਨ ਕਰਾਉਣੇ, ਕਹਿੰਦੇ ਜੀ ਘਰ ਨਹੀਂ ਹੈਗਾ ਉਹ। ਹਾਂਜੀ, ਅਤੇ ਇਹ ਰਾਜਨੀਤੀ ਕਾਹਦੀ ਹੈ? ਰਾਜਨੀਤੀ ਉਹ ਹੁੰਦੀ ਜਿਹੜੀ ਹਰੇਕ ਦੀ ਸੁਣੇ, ਗੱਲਬਾਤ ਨੂੰ ਸੁਣੇ, ਸਮਝੇ। ਫਿਰ ਜਿਹੜੀ ਇਹਨੂੰ ਪਹਿਲਾਂ ਸੇਵਾ ਵਾਲਾ ਕਿੱਤਾ ਕਿਹਾ ਜਾਂਦਾ ਸੀਗਾ ਕਿ ਸੇਵਾ ਸਮਾਜ ਦੀ ਕਰਨੀ, ਪਰ ਹੁਣ ਲੱਗਦਾ ਨਹੀਂ ਕਿ ਸੇਵਾ ਹੈਗੀ ਹੈ। ਕੋਈ ਸੇਵਾ ਨਹੀਂ ਹੈ ਜੀ, ਮਾਫ ਕਰਨਾ, ਸੇਵਾ ਦਾ ਨਾਮ ਖਤਮ ਹੈਗਾ। ਮੇਵਾ ਖਾਣ ਦੀ ਸੇਵਾ ਹੈ, ਰਾਜਨੀਤਿਕ ਬਿਜ਼ਨਸ ਬਣ ਗਿਆ। ਇਹ ਮੇਵਾ ਖਾਣ ਦੀ ਸੇਵਾ ਨਹੀਂ ਹੈਗੀ। ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜਿਹੜੀ ਇਲੈਕਸ਼ਨ ਆ ਰਹੀ ਆ ਉਹਨੂੰ ਲੈ ਕੇ ਕੀ ਕੁਝ ਹੋਣਾ ਚਾਹੀਦਾ ਵਾ? ਖਾਸ ਤੌਰ ਤੇ ਪੰਜਾਬ ਦੀ ਗੱਲ ਕਰੀਏ ਤਾਂ ਕਿਹੜੀਆਂ ਮੁੱਖ ਤੌਰ ਤੇ ਲੋੜਾਂ ਹੈਗੀਆਂ ਤੁਹਾਨੂੰ ਲੱਗਦਾ? सर कहता हूँ पंजाब में आप पार्टी आवे। हाँ जी, इससे उम्मीद हैगी है। हाँ जी, बस। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਜੀ,
ਸੋ ਬਿਲਕੁਲ ਅਸੀਂ ਦੇਖ ਰਹੇ ਹਾਂ ਕਿ ਵੱਖੋ ਵੱਖ ਰਾਏ ਜਿਹੜੀ ਆ ਉਹ ਸਾਰਿਆਂ ਦੀ ਹੈਗੀ ਆ। ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਪਹਿਲੀਆਂ ਰਵਾਇਤੀ ਜਿਹੜੀਆਂ ਪਾਰਟੀਆਂ ਆ ਉਹਨਾਂ ਤੋਂ ਅਪਸੈਟ ਹੈਗੇ ਨੇ ਕਿ ਉਹ ਪਾਰਟੀਆਂ ਲਗਾਤਾਰ ਵਾਅਦੇ ਕਰਦੀਆਂ ਨੇ। ਇਸ ਵਾਰ ਵੀ ਇਵੇਂ ਹੀ ਹੋ ਰਿਹਾ ਆ ਕਿ ਜਿਵੇਂ ਇੱਕ ਕਹਿੰਦਾ ਕਿ ਮੈਂ 1000 ਦਊਂਗਾ, ਦੂਜਾ ਕਹਿੰਦਾ ਮੈਂ 2000 ਦਊਂਗਾ। ਪਰ ਲੋਕ ਇਹ ਵੀ ਕਹਿੰਦੇ, ਤੁਸੀਂ ਸੁਣੇ ਆ, ਕਿ ਸਾਨੂੰ ਮੁਫਤ ਦਾ ਜਿਹੜਾ ਆ ਉਹ ਕੁਝ ਨਹੀਂ ਚਾਹੀਦਾ, ਸਾਨੂੰ ਜਿਹੜਾ ਆ ਉਹ ਹੱਥੀਂ ਕਮਾ ਕੇ ਅਸੀਂ ਖਾ ਲਾਂਗੇ। ਬਸ ਇੱਥੇ ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਸ ਨੂੰ ਠੀਕ ਕੀਤਾ ਜਾਵੇ, ਉਸ ਨੂੰ ਜਿਹੜਾ ਆ ਉਹ ਸੰਭਾਲਿਆ ਜਾਵੇ। ਟ੍ਰੈਫਿਕ ਨਿਯਮ ਜਿਹੜੇ ਆ ਉਹ ਕੀਤੇ ਜਾਣ ਸਹੀ, ਕਿਉਂਕਿ ਉੱਥੇ ਵੀ ਖਲੋ ਕੇ ਜਿਹੜਾ ਆ ਕਿਤੇ ਨਾ ਕਿਤੇ ਸਾਡਾ ਵੀ ਕਸੂਰ ਹੈਗਾ ਕਿ ਅਸੀਂ ਲੀਡਰਾਂ ਨੂੰ ਜਿਹੜਾ ਆ ਉਹ ਉੱਥੇ ਫੋਨ ਕਰਕੇ ਤੇ ਇੱਕ ਨਾਕੇ 'ਤੇ ਜੇਕਰ ਸਾਨੂੰ ਕੋਈ ਰੋਕਦਾ ਵੀ ਆ ਤਾਂ ਅਸੀਂ ਉੱਥੋਂ ਇਸ ਤਰੀਕੇ ਨਾਲ ਛੁੱਟਣ ਦੀ ਗੱਲ ਕਰਦੇ ਹਾਂ। ਸੋ ਆਓ ਅੱਗੇ ਚੱਲਦੇ ਹਾਂ, ਉੱਥੇ ਵੀ ਜਾ ਕੇ ਗੱਲਬਾਤ ਕਰਦੇ ਹਾਂ। ਸੋ ਬਿਲਕੁਲ ਇੱਥੇ ਵੀ ਕੁਝ ਲੋਕ ਜਿਹੜੇ ਆ ਉਹ ਬੈਠੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਪੰਜਾਬ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਆ ਤੇ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਕਰਦੇ ਹਾਂ। ਸਰ, ਕੀ ਕਹਿਣਾ ਚਾਹੋਗੇ ਜਿਹੜੀ ਇਲੈਕਸ਼ਨ ਆ ਰਹੀ ਹੈ ਉਸ ਨੂੰ ਲੈ ਕੇ? ਕੀ ਸਮਝਦੇ ਤੁਸੀਂ ਜਿਹੜੀਆਂ ਮੁੱਖ ਤੌਰ ਦੇ ਉੱਤੇ ਇਸ ਵੇਲੇ ਪਾਰਟੀਆਂ ਵਾਅਦੇ ਕਰ ਰਹੀਆਂ, ਕਈ ਕੁਝ ਕਹਿ ਰਹੀਆਂ ਨੇ, ਤੁਹਾਨੂੰ ਲੱਗਦਾ ਕਿ ਖਰੇ ਉਤਰਨਗੇ ਆਪਣੀਆਂ ਗੱਲਾਂ ਤੇ? ਨਹੀਂ ਜੀ, ਇਹ ਹਰ ਵਾਰੀ ਆਉਂਦੇ ਆ, 5 ਸਾਲ ਬਾਅਦ ਸਾਨੂੰ ਲਾਰੇ ਲੂਰੇ ਲਾ ਕੇ ਚੱਲ ਜਾਂਦੇ ਆ। ਕਦੀ ਕੋਈ ਕਹਿੰਦਾ ਆਹ ਦਿਆਂਗੇ, ਕਦੀ ਉਹ ਦਿਆਂਗੇ, ਤੇ ਪੰਜਾਬ 'ਚੋਂ ਰੋਜ਼ਗਾਰ ਤੇ ਸਾਰਾ ਖਤਮ ਹੋ ਚੁੱਕਾ ਜੀ। ਤੇ ਹੁਣ ਜਿਹੜੇ ਆਪਣੇ ਨੌਜਵਾਨ ਪੀੜ੍ਹੀ ਉਹ ਸਾਰੀ ਬਾਹਰ ਜਾਈ ਜਾਂਦੀ ਹੈ ਜੀ। ਤੇ ਕੋਈ ਵੀ ਕਿਸੇ ਬੰਦੇ ਤੇ ਕੋਈ ਇਤਬਾਰ ਨਹੀਂ ਕੀਤਾ ਜਾਂਦਾ, ਕੋਈ ਵਿਸ਼ਵਾਸ ਨਹੀਂ ਹੈਗਾ ਇਹਨਾਂ ਦੇ ਤੇ ਵੀ ਇਹ ਸਾਡੇ ਨਾਲ ਕੀ ਕਰਨਗੇ। ਆਫਟਰ ਇੰਨੇ ਸਾਲ ਹੋ ਗਏ ਧੋਖੇ ਕਰਦੇ ਆ ਰਹੇ ਤੇ ਅੱਗੇ ਵੀ ਧੋਖੇ ਹੀ ਕਰਨਗੇ, ਸਾਨੂੰ ਇੰਨੀ ਆਸ ਇਹਨਾਂ ਕੋਲ। ਜੀ, ਤੇ ਅੱਗੇ ਕਈ ਨਵੀਂ ਪਾਰਟੀਆਂ ਵੀ ਹੁਣ ਆ ਰਹੀਆਂ ਨੇ, ਜਿਵੇਂ ਆਮ ਆਦਮੀ ਪਾਰਟੀ ਆਈ ਹੈ, ਇੱਕ ਕਿਸਾਨਾਂ ਨੇ ਵੀ ਪਾਰਟੀ ਬਣਾਈ ਆ, ਐਰਕੀ ਬੀਜੇਪੀ ਵੀ ਜਿਹੜੀ ਆ ਉਹ ਵੀ ਇਕੱਲੇ ਇਲੈਕਸ਼ਨ ਲੜ ਰਹੀ ਆ। ਨਵੀਆਂ ਪਾਰਟੀਆਂ ਹੋ ਸਕਦਾ ਕੁਛ ਨਾ ਕੁਛ ਕਰ ਸਕਦੀਆਂ? ਦੇਖੋ ਜੀ, ਆਸ ਤਾਂ ਹੈਗੀ ਲੋਕਾਂ ਨੂੰ ਆਮ ਪਾਰਟੀ ਦੇ, ਲੇਕਿਨ ਇਹਨਾਂ ਦੇ ਵਿੱਚ ਵੀ ਕੋਈ ਇਹੋ ਜਿਹੇ ਬੇਈਮਾਨ ਆਦਮੀ ਹੈਗੇ ਨੇ ਜਿਹੜੇ ਵੀ ਉਹ ਤਕਰੀਬਨ ਕਿ ਮੁੱਕ ਦੀ ਗੱਲ ਆ ਕਿ ਇਹ ਕਿਸੇ ਪਾਸੇ ਸੂਬੇ ਦਾ ਭਲਾ ਨਹੀਂ ਕਰ ਸਕਦੇ, ਕਿਉਂਕਿ ਝੂਠੇ ਵਾਅਦੇ ਕਰੀ ਜਾਂਦੇ ਆ, ਤੁਹਾਨੂੰ ਆਹ ਦਾਂਗੇ, ਤੁਹਾਨੂੰ ਉਹ ਦਾਂਗੇ, ਤੁਹਾਡੇ ਵਾਸਤੇ ਆਹ ਕਰਾਂਗੇ। ਕਰਨਾ ਕੁਛ ਨਹੀਂ ਹੈ, ਨਾ ਉਹਨਾਂ ਕੁਛ ਕੀਤਾ ਨਾ ਇਹਨਾਂ ਕੁਛ ਕਰਨਾ। ਬਾਕੀ ਚੇਂਜ ਦੁਨੀਆ ਚਾਹੁੰਦੀ ਹੈ। ਦੇਖੋ ਐਤਕਾਂ ਆਮ ਪਾਰਟੀ ਕੀ ਕਰਦੀ ਹੈ, ਲੋਕਾਂ ਦਾ ਹੈ ਵਿਚਾਰ ਵੀ ਐਤਕਾਂ ਆਮ ਪਾਰਟੀ ਨੂੰ ਵੋਟ ਪਾਓ ਤੇ ਇਹਨਾਂ ਵਾਸਤੇ ਕੁਛ ਚਲੋ ਇਹਨਾਂ ਨੂੰ ਲਿਆਇਆ ਅੱਗੇ ਤੇ ਕੁਛ ਨਾ ਕੁਛ ਸੂਬੇ ਦਾ ਚੰਗਾ ਸੋਚਣ। ਜੀ ਹਾਂਜੀ ਜੀ ਬਿਲਕੁਲ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਜਿਵੇਂ ਇਲੈਕਸ਼ਨ ਆ ਰਹੀ ਆ, ਕਈ ਵਾਅਦੇ ਹੋ ਰਹੇ ਆ, ਕਈ ਗੱਲਾਂ ਹੋ ਰਹੀਆਂ ਨੇ, ਮੁੱਖ ਤੌਰ ਦੇ ਉੱਤੇ ਆਮ ਜਿਹੜਾ ਵਿਅਕਤੀ ਉਹਨੂੰ ਨਾ ਤਾਂ ਉਹਦੇ ਬੱਚਿਆਂ ਨੂੰ ਪੜ੍ਹਾਈ ਚੰਗੀ ਮਿਲ ਰਹੀ ਆ, ਨਾ ਉਹਨੂੰ ਜਿਹੜਾ ਵਾ ਉਹ ਹਸਪੀਟਲ ਦੇ ਵਿੱਚ ਕੋਈ ਸਹੂਲਤ ਹੈਗੀ ਆ। ਇਸ ਤਰੀਕੇ ਨਾਲ ਕਈ ਲੋੜਾਂ ਜਿਹੜੀਆਂ ਹੈਗੀਆਂ, ਤੁਸੀਂ ਕੀ ਸਮਝਦੇ ਹੋ ਜਿਵੇਂ ਦੇ ਵਾਅਦੇ ਹੋ ਰਹੇ ਇਸ ਵੇਲੇ ਵਰਗਲਾਇਆ ਜਾ ਰਿਹਾ ਖਾਸ ਤੌਰ 'ਤੇ ਲੋਕਾਂ ਨੂੰ? ਨਹੀਂ, ਵਾਅਦੇ ਦੇ ਵੀਰ ਜੀ ਪਿਛਲੇ 75 ਸਾਲ ਤੋਂ ਹੋ ਰਹੇ ਆ। ਐਕਚੁਅਲੀ ਪਸੀਜ ਦਾ ਵੋਟਰ ਹੀ ਵਿਚਾਰਾ ਇਹਨਾਂ ਦੇ ਕਹਿਣ ਦੇ ਅਨੁਸਾਰ ਚੱਲਦਾ, ਬਟ ਉਮੀਦ ਨਹੀਂ ਹੈ ਕੋਈ ਵੀ ਪਾਰਟੀ ਆਏ ਪੰਜਾਬ ਦਾ ਭਲਾ ਸੋਚੇਗੀ। ਮੇਨ ਐਗਜ਼ਾਮਪਲ ਭਗਵੰਤ ਮਾਨ ਲੈ ਲਈਏ, ਬਿਨਾਂ ਪਗੜੀ ਤੋਂ ਪਹਿਲੇ ਕਾਮੇਡੀ 'ਚ ਲੱਖਾਂ ਕਰੋੜਾਂ ਰੁਪਏ ਕਮਾਏ, ਹੁਣ ਉਹਨੂੰ ਪਤਾ ਮੁੱਖ ਮੰਤਰੀ ਸਰਦਾਰ ਹੋਣਾ, ਹੁਣ ਪੱਗ ਬਣ ਕੇ ਆਉਣ ਲੱਗ ਪਿਆ। ਤੁਸੀਂ ਦੇਖਣ ਇਹਨਾਂ ਦੀ ਦੇਖੋ ਕਿਸ ਗਿਰਗਟ ਨੂੰ ਰੰਗ ਬਦਲਦੇ ਆ। ਇਹ ਕੁਛ ਨਹੀਂ ਹੋ ਸਕਦਾ। ਬਾਕੀ ਜਿਹੜਾ ਸਮਝਦਾਰ ਵੋਟਰ ਹੈ ਉਹ ਤਾਂ ਵੋਟ ਦੇਣ ਜਾਏਗਾ ਹੀ, ਅਤੇ ਉਹਦੇ ਵੋਟਰ ਦੀ ਕੋਈ ਵੈਲਿਊ ਪੈਣੀ ਚਾਹੀਦੀ ਹੈ। ਇੱਕ ਅੱਛਾ ਮਾਹੌਲ ਬਣਨਾ ਚਾਹੀਦਾ ਪੰਜਾਬ ਦਾ, ਕਿਉਂ ਪੰਜਾਬ ਸਾਡਾ ਸਾਰੇ ਹਿੰਦੁਸਤਾਨ ਦਾ ਸਿਰ ਮੁੱਢ ਹੈਗਾ। ਥੈਂਕ ਯੂ। ਸੋ ਬਿਲਕੁਲ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਸੋ ਗੱਲਬਾਤ ਜਿਹੜੀ ਆ ਉਹ ਕਰਦੇ ਆ। ਸਰ, ਕੀ ਕਹਿਣਾ ਚਾਹੋਗੇ ਜਿਹੜੀ ਇਲੈਕਸ਼ਨ ਨੂੰ ਹੁਣ ਆ ਰਹੀ ਹੈ ਉਹਨੂੰ ਲੈ ਕੇ ਲੋਕਾਂ ਨੂੰ ਕਈ ਤਰ੍ਹਾਂ ਦੇ ਵਾਅਦੇ ਕਰਕੇ ਹਰ ਇੱਕ ਪਾਰਟੀ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਆ ਜੀ, ਤੇ ਤੁਸੀਂ ਕੀ ਕਹਿਣਾ ਚਾਹੋਗੇ? ਵਾਅਦੇ ਤਾਂ ਸਾਰੇ ਫਰਾਡ ਹੀ ਨੇ। 3000 ਕਰੋੜ ਤੋਂ ਉੱਪਰ ਤੇ ਜ਼ਿਆਦਾ ਕਰਜ਼ਾ ਹੀ ਹੈ, ਤੇ ਉਹਨੇ ਇਹਦੀ ਇਕਨੋਮੀ ਨਹੀਂ ਹੈਗੀ ਪੰਜਾਬ ਦੀ, ਵਾਅਦੇ ਕਿੱਥੋਂ ਪੂਰੇ ਕਰ ਦੇਣਗੇ? ਇਹ ਸਭ ਫਰਾਡ। ਮਤਲਬ ਇਹ ਜਿਹੜੇ ਵਾਅਦੇ ਹੋ ਰਹੇ ਆ ਹਵਾ 'ਚ ਤੀਰ ਛੱਡੇ ਜਾ ਹਵਾ 'ਚ ਹੀ ਤੀਰੀ ਹੈ ਜੀ ਸਰ। ਜੀ, ਤੁਸੀਂ ਕੀ ਸਮਝਦੇ ਹੋ ਮੁੱਖ ਤੌਰ ਤੇ ਪੰਜਾਬ ਦੀਆਂ ਕੀ ਲੋੜਾਂ ਹੈਗੀਆਂ ਇਸ ਵੇਲੇ? ਕੀ ਲੋੜ ਆ ਪੰਜਾਬ ਨੂੰ? ਪੰਜਾਬ ਨੂੰ ਸਥਿਰ ਸਰਕਾਰ ਦੀ ਲੋੜ ਹੈ, ਪਰ ਇਹਨਾਂ ਨੂੰ ਕੜੇ ਨਿਰਣੇ ਵੀ ਲੈਣੇ ਪੈਣੇ ਜੀ। ਜਿਹੜਾ ਮਾਫੀਆ ਵਾਅਦਾ ਹੈ ਬਿਲਕੁਲ ਬੰਦ ਹੋਣਾ ਚਾਹੀਦਾ। ਮਾਫੀਆ ਹਰ ਚੀਜ਼ ਦੇ ਵਿੱਚ ਹੀ ਹੋ ਗਿਆ ਹੋਣਾ ਨਾ? ਹਰ ਚੀਜ਼ 'ਚ ਹੈਗਾ, ਸਭ ਬੰਦ ਹੋਣਾ ਚਾਹੀਦਾ, ਫੇਰ ਹੀ ਪੰਜਾਬ ਤਰੱਕੀ ਕਰ ਸਕਦਾ। ਨਹੀਂ ਕਰ ਸਕਦਾ ਜੀ, ਬਿਲਕੁਲ ਨਹੀਂ ਕਰ ਸਕਦਾ ਤਰੱਕੀ ਉੱਧਰ ਜੀ। ਬਿਲਕੁਲ, ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਆ ਉਹ ਹਰੇਕ ਕੰਮ ਦੇ ਵਿੱਚ ਮਾਫੀਆ ਰਾਜ ਜਿਹੜਾ ਆ ਉਹ ਹੋ ਗਿਆ। ਮੋਨੋਪਲੀ ਇੱਕੋ ਧਿਰ ਦੀ ਜਿਹੜੀ ਆ ਉਹ ਹੋ ਗਈ ਆ, ਉਹ ਵੀ ਕਿਤੇ ਨਾ ਕਿਤੇ ਪੰਜਾਬ ਦਾ ਵੱਡਾ ਨੁਕਸਾਨ ਕਰ ਰਹੀ ਹੈ। ਐਕਚੁਅਲੀ ਪਤਾ ਕੀ ਹੈ, ਪੋਲੀਟੀਸ਼ੀਅਨ ਦਾ, ਪੁਲਿਸ ਦਾ ਤੇ ਮਾਫੀਆ ਦਾ ਇਹ ਗਠਬੰਧਨ ਹੈ। ਇਹ ਜਿੰਨੀ ਦੇਰ ਤੱਕ ਗਠਬੰਧਨ ਨਹੀਂ ਟੁੱਟਦਾ ਉਨੀ ਦੇਰ ਤੱਕ ਕੁਝ ਵੀ ਨਹੀਂ ਹੋ ਸਕਦਾ।
ਇਹਨਾਂ ਦਾ ਬੜਾ ਵੱਡਾ ਗਠਬੰਧਨ ਹੈ। ਜਿਹੜੀਆਂ ਨਵੀਆਂ ਪਾਰਟੀਆਂ ਆ ਰਹੀਆਂ ਨੇ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ? ਚਲੋ ਪੁਰਾਣੀਆਂ ਨੂੰ ਤਾਂ ਬਹੁਤ ਚਿਰ ਦੇਖਿਆ, ਕੋਈ 10 ਸਾਲ ਰਾਜ ਕਰ ਗਿਆ, ਕੋਈ 25 ਸਾਲ ਕਰ ਗਿਆ, ਕੋਈ 15 ਸਾਲ ਕਰ ਗਿਆ, ਤੇ ਨਵੀਆਂ ਜਿਹੜੀਆਂ ਪਾਰਟੀਆਂ ਆ ਰਹੀਆਂ। ਨਵੀਂ ਪਾਰਟੀ ਦੀ ਇੱਕੋ ਹੀ ਆ, ਆਮ ਆਦਮੀ ਪਾਰਟੀ ਆ। ਦਿੱਲੀ ਦੇ ਵਿੱਚ ਇਹਨੇ ਠੀਕ ਕੀਤਾ, ਵੇਖੋ ਇੱਥੇ ਕਰਦਾ ਕਿ ਨਹੀਂ ਕਰਦਾ। ਹਵਾ ਤਾਂ ਹੈਗੀ ਆ ਇਸ ਵੇਲੇ ਦੀ। ਕਿਸਾਨਾਂ ਨੇ ਵੀ ਆਪਣੀ ਪਾਰਟੀ ਨਵੀਂ ਕਿਸਾਨਾਂ ਨੇ ਵੀ ਬਣਾਈ ਹੈ, ਪਰ ਕਿਸਾਨਾਂ ਨੇ ਉੱਥੇ ਪਿੰਡਾਂ ਦੀਆਂ ਵੋਟਾਂ ਉਹਨਾਂ ਨੂੰ ਮਿਲਣੀਆਂ, ਸ਼ਹਿਰਾਂ ਦੀ ਤਾਂ ਉਹਨਾਂ ਨੂੰ ਵੋਟ ਨਹੀਂ ਮਿਲਣੀ। ਕਿਸਾਨਾਂ ਨੂੰ ਸ਼ਹਿਰਾਂ ਦੀ ਵੋਟ ਤਾਂ ਨਹੀਂ ਮਿਲਣੀ, ਪਿੰਡਾਂ ਦੀ ਮਿਲੇਗੀ। ਉਹ ਸਾਰੀ ਵੋਟ ਉਹਨਾਂ ਦੀ ਹੈ। ਬਿਲਕੁਲ, ਬਹੁਤ ਬਹੁਤ ਧੰਨਵਾਦ। ਸੋ ਸਰ, ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਇਲੈਕਸ਼ਨ ਆ ਰਹੀ ਆ, ਵਾਅਦੇ ਬੜੇ ਹੁੰਦੇ ਆ, ਪਰ ਆਮ ਬੰਦਾ ਜਿਹੜਾ ਆ ਉਹ ਆਪਣਾ ਨਾ ਤਾਂ ਬੱਚਾ ਕਿਸੇ ਚੰਗੇ ਸਕੂਲ 'ਚ ਪੜ੍ਹਾ ਸਕਦਾ ਆ, ਉਹਦੀ ਇੰਨੀ ਆਮਦਨ ਨਹੀਂ ਹੈਗੀ, ਸਰਕਾਰੀ ਸਕੂਲ ਇੰਨੇ ਕੈਪੇਬਲ ਨਹੀਂ ਹੈਗੇ, ਤੇ ਜੇ ਉਹਨੂੰ ਕਿਤੇ ਰੱਬ ਨਾ ਕਰੇ ਕੋਈ ਬਿਮਾਰ ਹੋ ਜਾਂਦਾ ਤਾਂ ਇਲਾਜ ਵੀ ਸਹੀ ਨਹੀਂ ਮਿਲ ਪਾਉਂਦਾ। ਵੇਖੋ ਜੀ, ਆਪ ਪਾਰਟੀ ਦੀ ਆਵਾਜ਼ ਇਸ ਵਕਤ ਹੈਗੀ ਬੁਲੰਦ ਪੰਜਾਬ 'ਚ। ਇਹਨਾਂ ਨੇ ਦਿੱਲੀ 'ਚ ਬੜੇ ਵਿਕਾਸ ਕੀਤੇ ਆ, ਲੋਕ ਕੋਈ ਨਾ ਕੋਈ ਰਿਲੇਟਿਵ ਦੱਸਦਾ ਹੀ ਆ ਕੇ ਇੱਥੇ। ਅਸੀਂ ਤਾਂ ਇਹੀ ਚਾਹਾਂਗੇ, ਸਾਡੀ ਲਾਸਟ ਆਵਾਜ਼ ਹੈਗੀ ਆਪ ਪਾਰਟੀ ਨੂੰ ਐਰਕੀ ਚਾਂਸ ਦਿਓ ਜੀ, ਬਸ। ਇਸ ਤੋਂ ਬਾਅਦ ਕੋਈ ਨਹੀਂ। ਆਮ ਪਾਰਟੀ ਆਏ, ਕੁਝ ਚਲੋ ਸੋਚ ਉਹ 20% ਵੀ ਵਿਕਾਸ ਕਰ ਜਾਏਗੀ ਨਾ, ਅਗਲੀ ਵਾਰੀ ਫਿਰ ਸਟੈਂਡ ਰਹੇਗੀ ਪਾਰਟੀ ਹੈ ਜੀ। ਆਮ ਪਾਰਟੀ ਨੂੰ ਬਸ। ਕਾਂਗਰਸ ਦੇ ਨਵੇਂ ਮੁੱਖ ਮੰਤਰੀ ਜਿਹੜੇ ਬਣੇ ਚੰਨੀ ਸਾਹਿਬ, ਉਹਨਾਂ ਨੇ ਬੜੇ ਵਾਅਦੇ ਕੀਤੇ ਗਰੀਬਾਂ ਲਈ, ਕਈ ਕੁਝ ਕੀਤਾ। ਦੇਖੋ ਜੀ, ਉਹਨਾਂ ਦੀ ਪਾਰਟੀ ਦੇ ਬੰਦੇ ਕਹਿੰਦੇ ਵੇ ਆ ਵੀ ਲੋਲੀਪੌਪ ਦਿੰਦੇ ਵੇ ਆ, ਤੇ ਬਾਕੀ ਬਾਹਰ ਦੇ ਬੰਦੇ ਦੀ ਗੱਲ ਕਹਿਣ ਦੀ ਹੈਗੀ ਨਹੀਂ। ਉਸ ਕਾਂਗਰਸੀ ਵਿੱਚ ਇਹੋ ਜਿਹੇ ਕਹਿੰਦੇ ਵੀ ਚੰਨੀ ਸਾਹਿਬ ਲੋਲੀਪੌਪ ਦਿੰਦੇ ਵੇ ਨੇ, ਤੇ ਬਾਕੀ ਬੰਦਾ ਕੀ ਕਹੇਗਾ? ਵਿੱਚ ਬੰਦੇ ਕਈ ਉਹਨਾਂ ਦੇ ਕਾਂਗਰਸੀ ਇਹੀ ਜਵਾਬ ਦਿੰਦੇ ਵੇ ਵੀ ਵਾਅਦੇ ਉਹ ਕਰੋ ਜਿਹੜੇ ਨਿਭਾ ਸਕੋ, ਤੇ ਵਾਅਦੇ ਨਿਭਾਏ ਕਿੰਨੇ ਅਜੇ ਤੱਕ? ਇਹੀ ਤਾਂ ਇਹੀ ਕਹਾਂਗੇ ਵੀ ਆਮ ਪਾਰਟੀ ਆਣੀ ਚਾਹੀਦੀ, ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਜੀ। ਬਿਲਕੁਲ। ਪੰਜਾਬ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ 2022 ਦੀ ਗੱਲ ਜਿਹੜੀ ਆ ਉਹ ਅਸੀਂ ਕਰ ਰਹੇ ਹਾਂ, ਲੋਕਾਂ ਦੇ ਕਮੈਂਟਸ ਜਿਹੜੇ ਆ ਉਹਦੇ ਉੱਤੇ ਲੈ ਰਹੇ ਹਾਂ। ਸੋ ਇੱਥੇ ਇੱਕ ਵੀਰ ਬੈਠੇ, ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਉਹ ਕਰ ਲੈਂਦੇ ਹਾਂ। ਵੀਰ ਜੀ, ਇਲੈਕਸ਼ਨ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਆ ਉਹ ਸਿਖਰ ਦੇ ਉੱਤੇ ਚੱਲ ਰਹੀ ਆ, ਪਾਰਟੀਆਂ ਵਾਅਦੇ ਕਰ ਰਹੀਆਂ ਨੇ, ਕਈ ਗੱਲਾਂ ਹੋ ਰਹੀਆਂ ਹੈ। ਤੁਸੀਂ ਕੀ ਸਮਝਦੇ ਹੋ, ਜਿਹੜੇ ਵਾਅਦੇ ਕੀਤੇ ਜਾ ਰਹੇ ਆ, ਜਾਂ ਉਹ ਠੀਕ ਨੇ, ਜਾਂ ਮੁੱਖ ਤੌਰ 'ਤੇ ਪੰਜਾਬ ਦੀ ਜਿਹੜੀ ਸਥਿਤੀ ਆ ਉਹਦੇ ਵੱਲ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ? ਕੀ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇਸ ਵੇਲੇ? ਪੰਜਾਬ ਦੇ ਵਿੱਚ ਬਹੁਤ ਮਤਲਬ ਸਿਆਸੀ ਆਪਣਾ ਹੋ ਰਿਹਾ ਅੱਜ ਕੱਲ੍ਹ, ਤੇ ਲੋਕਾਂ ਨੂੰ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਆ, ਤੇ ਬਹੁਤਾ ਆਪਣਾ ਲਾਲਚ ਦੇ ਵਿੱਚ ਨਹੀਂ ਹੋਣਾ ਚਾਹੀਦਾ। ਨੌਜਵਾਨ ਜਿਹੜੇ ਆ ਬੇਰੁਜ਼ਗਾਰ ਨੇ, ਹਸਪਤਾਲਾਂ ਦੀ ਹਾਲਤ ਠੀਕ ਨਹੀਂ, ਸਕੂਲਾਂ ਦੀ ਹਾਲਤ ਠੀਕ ਨਹੀਂ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋ ਰਹੀਆਂ। ਪਰ ਕੁਝ ਨਵੀਆਂ ਪਾਰਟੀਆਂ ਨਵੀਆਂ ਗੱਲਾਂ ਲੈ ਕੇ ਵੀ ਆਈਆਂ ਕਿ ਅਸੀਂ ਉਸ ਜਗ੍ਹਾ 'ਤੇ ਇੱਦਾਂ ਕੀਤਾ, ਇੱਥੇ ਇੱਦਾਂ ਜਿਹੜਾ ਆ ਉਹ ਕਰਾਂਗੇ। ਵਾਕਿਆ ਤੁਹਾਨੂੰ ਲੱਗਦਾ ਕਿ ਕੁਝ ਜੇ ਅਸੀਂ ਪਹਿਲਾਂ ਦੂਸਰਿਆਂ ਨੂੰ ਦੇਖਿਆ ਤਾਂ ਇਸ ਵਾਰ ਜਿਹੜੀ ਕੋਈ ਨਵੀਂ ਪਾਰਟੀ ਨੂੰ ਮੌਕਾ ਮਿਲਦਾ ਤਾਂ ਕੋਈ ਚੰਗਾ ਕਰ ਸਕੂ ਉਹਨਾਂ ਨਾਲ? ਹਾਂਜੀ, ਇਹ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਵਾ, ਤੇ ਲੋਕ ਪੁਰਾਣਿਆਂ ਨੂੰ ਜਿਵੇਂ ਸਾਡੇ ਨਾਲ ਕਰਦੇ ਆਉਣ ਡਏ ਆ ਸਰਕਾਰਾਂ, ਇਹ ਤੋਂ ਹੁਣ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਕਿ ਇਹ ਕਰਕੇ ਕੁਝ ਨਵਾਂ ਕਰਨਾ ਚਾਹੀਦਾ ਲੋਕਾਂ ਨੂੰ। ਲੱਗਦਾ ਪੰਜਾਬ 'ਚ ਨਸ਼ਾ ਜਿਹੜਾ ਆ ਉਹ ਘਟਿਆ ਵਾ? ਜਿਵੇਂ ਨਸ਼ੇ ਦੀ ਗੱਲ ਪਹਿਲਾਂ ਬੜੀ ਅਕਾਲੀ ਦਲ ਵੇਲੇ ਚੱਲਦੀ ਸੀ, ਬਾਅਦ 'ਚ ਕਾਂਗਰਸ ਨੇ ਕਿਹਾ ਸੀ ਨਸ਼ਾ ਬੰਦ ਕਰ ਦੇਵਾਂਗੇ। ਨਸ਼ਾ ਲੱਗਦਾ ਕਿ ਘਟਿਆ ਸੀਗਾ ਕਿ ਨਹੀਂ? ਨਹੀਂ ਘਟਿਆ ਜੀ, ਨਹੀਂ ਘਟਿਆ। ਮਹਿੰਗਾ ਜ਼ਰੂਰ ਹੋ ਗਿਆ। ਹਾਂਜੀ ਹਾਂਜੀ, ਮਹਿੰਗਾ ਹੋਇਆ। ਸੋ ਸਾਡੇ ਨਾਲ ਇੱਥੇ ਕੁਝ ਨੌਜਵਾਨ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਵੀਰ ਜੀ, ਕੀ ਕਹਿਣਾ ਚਾਹੋਗੇ? ਜਿਵੇਂ ਅੱਜ ਕੱਲ੍ਹ ਪਾਰਟੀਆਂ ਅਲੱਗ-ਅਲੱਗ ਬੜੇ ਵਾਅਦੇ ਕਰ ਰਹੀਆਂ, ਕਈ ਗੱਲਾਂ ਹੋ ਰਹੀਆਂ। ਤੁਸੀਂ ਵੀ ਪੜ੍ਹਦੇ ਹੋ ਕਿ ਸਟੱਡੀ ਕਰ ਰਹੇ ਹਾਂ? ਅੱਛਾ ਜੀ, ਕਿੱਥੇ ਪੜ੍ਹ ਰਹੇ ਹੋ? ਆਪਣਾ ਮਾਨਸਾ ਏਰੀਆ ਤੋਂ ਸੀ, ਆਪਣਾ ਪੀਟੀ ਦਾ ਐਗਜ਼ਾਮ ਸੀ ਇੱਥੇ। ਅੱਛਾ ਅੱਛਾ, ਹਾਂਜੀ ਹਾਂਜੀ। ਤੁਸੀਂ ਕੀ ਸਮਝਦੇ, ਜਿਵੇਂ ਅੱਜ ਕੱਲ੍ਹ ਨੌਜਵਾਨ ਤੁਹਾਡੇ ਵਰਗੇ ਜਿਹੜੇ ਆ +2 ਕਰਦੇ, ਆਈਲੈਟਸ ਕਰਦੇ ਬਾਹਰ ਚਲੇ ਜਾਂਦੇ ਆ, ਮੁੱਖ ਤੌਰ 'ਤੇ ਪੰਜਾਬ ਦੇ ਵਿੱਚ ਰਹਿ ਕੇ ਜੇ ਮਾਤਾ ਪਿਤਾ ਦੇ ਨਾਲ ਇੱਥੇ ਰਹਿ ਕੇ ਕੋਈ ਚੰਗੀ ਜੌਬ ਮਿਲ ਜਾਵੇ, ਇੱਦਾਂ ਦਾ ਕੀ ਸੋਚਦੇ ਹੋ? ਜਿੱਦਾਂ ਹੁਣ ਇਲੈਕਸ਼ਨ 'ਚ ਵਾਅਦੇ ਤਾਂ ਬੜੇ ਹੋ ਰਹੇ, ਪਰ ਉਹਨਾਂ ਨੂੰ ਜਿਹੜਾ ਆ ਉਹ ਹਕੀਕਤ ਮੁੜ ਕੇ ਕੁਝ ਹੋਰ ਹੀ ਨਿਕਲਦੀ ਹੈ। ਹਾਂਜੀ, ਇੱਦਾਂ ਹੀ ਆ। ਜਦੋਂ ਦੇਖੋ ਹੁਣ ਜੇ ਆਪਾਂ ਨੂੰ ਜੌਬ ਦੇ ਇੱਥੇ ਮੌਕੇ ਮਿਲਣਗੇ, ਫਿਰ ਲੋਕ ਕਾਹਤੋਂ ਸਟੂਡੈਂਟ ਬਾਹਰ ਜਾਣਗੇ? ਜਿੱਦਾਂ ਮੰਨ ਲਓ ਹੁਣ ਜਿਹੜੇ ਪਹਿਲਾਂ ਰੱਖ ਲਏ ਉਹਨਾਂ ਨੇ ਕੱਚੇ ਆ, ਮਤਲਬ ਪੰਜਾਬ ਪੁਲਿਸ ਜਿਹੜੇ ਮੰਨ ਲਓ ਧਰਨੇ ਲਾ ਰਿਹਾ, ਉਹਨਾਂ ਨੂੰ ਪੱਕੇ ਨਹੀਂ ਕਰ ਰਹੇ, ਉਤੋਂ ਹੋਰ ਕਰ ਰਿਹਾ ਨਾ। ਜੇ ਆਪਾਂ ਨੂੰ ਪਹਿਲਾਂ ਹੀ ਮੰਨ ਲਓ ਪੱਕੇ ਕਰਨਗੇ, ਅਗਾਂਹ ਹੋਰ ਐਡਮਿਸ਼ਨ ਹੋਣਗੇ ਜਾਂ ਹੋਣਗੇ, ਫਿਰ ਲੋਕ ਕਾਹਤੋਂ ਜਾਣਗੇ ਮੁੰਡੇ ਬਾਹਰ ਇੱਥੇ? ਹਾਂਜੀ ਹਾਂਜੀ। ਤੇ ਤੁਸੀਂ ਕਾਹਦਾ ਪੇਪਰ ਦੇਣਾ ਹੈ? ਪੀਟੀ ਦਾ ਐਗਜ਼ਾਮ ਦੇਣ ਗਿਆ ਸੀ, ਬ੍ਰਦਰ ਦਾ ਸੀਗਾ, ਨਾਲ ਗਿਆ ਸੀ। ਹਾਂਜੀ ਹਾਂਜੀ। ਮਤਲਬ ਜਿਸ ਤਰ੍ਹਾਂ ਵਾਅਦੇ ਕਰਕੇ ਵਰਗਲਾ ਲਿਆ ਜਾਂਦਾ ਆ, ਉਹਨੂੰ ਕਿਵੇਂ ਦੇਖਦੇ ਹੋ? ਹੁਣ ਨਵੀਆਂ ਵੀ ਕੁਝ ਪਾਰਟੀਆਂ ਜਿਹੜੀਆਂ ਕਿਸਾਨਾਂ ਨੇ ਵੀ ਪਾਰਟੀ ਬਣਾਈ ਆ, ਆਮ ਆਦਮੀ ਪਾਰਟੀ ਵੀ ਆ ਰਹੀ ਆ, ਕਾਂਗਰਸ ਅਕਾਲੀ ਤਾਂ ਹੈ ਹੀ ਹੈ, ਤੇ ਅਲੱਗ-ਅਲੱਗ ਪਾਰਟੀਆਂ ਅਲੱਗ-ਅਲੱਗ ਵਾਅਦੇ ਕਰ ਰਹੀਆਂ। ਵਾਅਦਿਆਂ ਨੂੰ ਕਿਵੇਂ ਨੌਜਵਾਨ ਜਿਹੜਾ ਉਹ ਦੇਖ ਰਿਹਾ? ਵਾਅਦੇ ਤਾਂ ਦੇਖੋ ਜੀ, ਆਪਣੀ ਸਰਕਾਰ ਬਣਾਉਣ ਦੇ ਲਈ ਹਰੇਕ ਪਾਰਟੀ ਵਾਅਦੇ ਜ਼ਰੂਰ ਕਰਦੀ ਆ।
ਉਹ ਅੱਗੇ ਉਹਨਾਂ ਦੇ ਹੁੰਦਾ ਪੂਰੇ ਕਰਨਾ ਇੱਕ ਵਾਰੀ ਉਹਨਾਂ ਨੇ ਆਪਣੀ ਸਰਕਾਰ ਬਣਾਉਣੀ ਹੁੰਦੀ ਹੈ, ਕਿਉਂਕਿ ਇੱਦਾਂ ਹੁੰਦਾ ਆਪਾਂ ਨੂੰ ਹਰੇਕ ਨੂੰ ਮੌਕਾ ਦੇਣਾ ਚਾਹੀਦਾ ਹੈ। ਇਸ ਵੇਲੇ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਚੱਲ ਰਿਹਾ ਹੈ, ਆਪਾਂ ਨੂੰ ਚਾਹੀਦਾ ਹੈ ਵੀ ਇੱਕ ਵਾਰ ਉਹਨਾਂ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਹੈ, ਵੀ ਉਹਨਾਂ ਦੇ ਵੀ ਪੱਖ ਦੇਖਣਾ ਚਾਹੀਦਾ। ਜਿਵੇਂ ਬਾਕੀ ਪਾਰਟੀਆਂ ਕਹਿੰਦੇ ਆ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ, ਅਸੀਂ ਕਾਂਗਰਸ ਵੀ ਕਹਿੰਦੇ ਆ, ਅਕਾਲੀ ਦਲ ਵੀ ਕਹਿੰਦੇ ਆ, ਜੇ ਸੱਚੀ ਤੋਂ ਭਲਾ ਚਾਹੁੰਦੇ ਆ ਫਿਰ ਇੱਕ ਵਾਰੀ ਇਹ ਵੀ ਕਹਿ ਦੇਣ ਨਾ ਵੀ ਵਾਕਈ ਵੀ ਚਲੋ ਅਸੀਂ ਭਲਾ ਚਾਹੁੰਦੇ, ਇੱਕ ਵਾਰੀ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਜਾਵੇ। ਇਹ ਚਾਹੀਦਾ ਵੀ ਕਿ ਸਾਰੇ ਪਾਰਟੀਆਂ ਦਾ ਵਾਰੀ ਜ਼ਰੂਰੀ ਨਹੀਂ ਵੀ ਆਪਾਂ ਹਰੇਕ ਪਾਰਟੀ ਨੇ ਇੱਕ ਨਹੀਂ ਆਪਣੀ ਪੰਜਾਬ ਦਾ ਵੀ ਉਹ ਕਰਨਾ ਵੀ ਅਸੀਂ ਕਰਾਂਗੇ ਸਭ ਕੁਝ, ਸਭ ਨੂੰ ਮੌਕਾ ਦੇਣਾ ਚਾਹੀਦਾ। ਸਭ ਮੌਕੇ ਮਿਲਣਗੇ ਤੇ ਤਾਂ ਹੀ ਕੋਈ ਨੌਜਵਾਨਾਂ ਦਾ ਕੋਈ ਹੋਊਗਾ ਜੀ। ਆਮ ਆਦਮੀ ਪਾਰਟੀ ਦੀ ਪਿਛਲੀ ਵਾਰਾਂ ਤੇ ਬਹੁਤ ਜ਼ਿਆਦਾ ਸਪੋਰਟ ਬਾਹਰੋਂ ਵਿਦੇਸ਼ਾਂ ਤੋਂ ਵੀ ਹੋਈ ਸੀਗੀ, ਪਰ ਉਦੋਂ ਵੀ ਕੁਝ ਐਂ ਹੋ ਗਿਆ ਕਿ ਆਮ ਆਦਮੀ ਪਾਰਟੀ ਨਹੀਂ ਜਿੱਤ ਸਕੀ। ਇਸ ਵਾਰੀ ਕੀ ਲੱਗ ਰਿਹਾ? ਇਸ ਵਾਰੀ ਲੱਗ ਰਿਹਾ ਵੀ ਚਾਂਸ ਹੈ ਪੂਰੇ ਹਾਂਜੀ, ਕਿਉਂਕਿ ਸਾਰੇ ਪਾਸੇ ਕਿਉਂਕਿ ਆਮ ਆਦਮੀ ਪਾਰਟੀ ਜੇ ਭਗਵੰਤ ਮਾਨ ਦੇ ਚਿਹਰੇ ਵਜੋਂ ਕਿਉਂਕਿ ਇੱਕ ਐਲਾਨ ਹੋ ਹੀ ਗਿਆ, ਕਿਉਂਕਿ ਲੋਕਾਂ ਵੱਲੋਂ ਭਗਵੰਤ ਮਾਨ ਚਿਹਰੇ ਦੇ ਬਹੁਤ ਮੈਸੇਜ ਵਗੈਰਾ ਆ ਲਿਆ, ਕਾਲ ਵਗੈਰਾ ਆ ਰਹੀਆਂ, ਤੇ ਜੇ ਭਗਵੰਤ ਮਾਨ ਵੀ ਚਿਹਰੇ ਵਜੋਂ ਹੋ ਜਾਂਦੇ ਐਲਾਨ ਤਾਂ ਚਾਂਸ ਪੂਰੇ ਹੈ ਜੀ। ਹਾਂਜੀ ਸੋ ਬਿਲਕੁਲ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ? ਮਤਲਬ ਵਾਅਦਿਆਂ ਦੀ ਗੱਲ ਹੀ ਜੇ ਕਰ ਲਈਏ ਤੇ ਤੁਸੀਂ ਸਟੂਡੈਂਟ ਹੈ, ਤੁਹਾਡਾ ਕੀ ਫਿਊਚਰ ਤੁਹਾਨੂੰ ਨਜ਼ਰ ਆਉਂਦਾ ਪੰਜਾਬ ਦੇ ਵਿੱਚ ਰਹਿ ਕੇ? ਕੀ ਕਰਨਾ ਚਾਹੋਗੇ, ਜਾਂ ਫਿਰ ਤੁਹਾਡਾ ਵੀ ਮਨ ਇਹੀ ਆ ਕਿ ਮੈਂ ਵੀ ਵਿਦੇਸ਼ ਦੇ ਵਿੱਚ ਹੀ ਜਾਣਾ ਦੂਸਰੇ ਨੌਜਵਾਨਾਂ ਵਾਂਗ? ਦੇਖੋ ਜੀ, ਜੇ ਤਾਂ ਇੱਥੇ ਸਾਨੂੰ ਜੋਬ ਵਗੈਰਾ ਕੁਛ ਮਿਲਦੀ ਹੈ ਤਾਂ ਸਾਨੂੰ ਉੱਥੇ ਹੀ ਕਰਨੀ ਚਾਹੀਦੀ ਹੈ। ਇੱਥੇ ਵਾਅਦੇ ਕਰਕੇ ਸਾਡੇ ਵਾਅਦੇ ਤੋੜ ਰਹੇ ਨੇ, ਤਾਂ ਕਰਕੇ ਸਾਨੂੰ ਵਿਦੇਸ਼ ਜਾਣਾ ਚਾਹੀਦਾ। ਨਹੀਂ ਜਿਵੇਂ ਤੁਸੀਂ ਗੱਲ ਕੀਤੀ ਕਿ ਜੋਬ ਮਿਲਦੀ, ਜੋਬ ਦਾ ਤੁਹਾਨੂੰ ਕੀ ਲੱਗਦਾ ਕਿੰਨੇ % ਚਾਂਸਸ ਹੈਗੇ ਕਿ ਇੱਥੇ ਮਿਲਦੀ ਆ? ਬਹੁਤ ਸਾਰੇ ਨੌਜਵਾਨ ਜਿਹੜੇ ਬੇਰੁਜ਼ਗਾਰ ਨੇ, ਕੁਝ ਨਸ਼ਾ ਕਰਨ ਲੱਗ ਜਾਂਦੇ ਨੇ, ਕੁਝ ਵੈਸੇ ਹੀ ਖੇਤੀ 'ਚ ਪੈ ਜਾਂਦੇ, ਖੇਤੀ ਵੀ ਘਾਟੇ ਵੰਨਾ ਸੌਦਾ ਜਿਹੜਾ ਹੋਇਆ ਪਿਆ ਆ। ਜੋਬ ਦੇ ਤਾਂ ਕੋਈ ਇੱਥੇ ਜ਼ਿਆਦਾ % ਹੈ ਨਹੀਂ ਗੇ, ਵਾਅਦੇ ਤੋਂ ਮੁੱਕਰ ਜਾਂਦੇ ਨੇ ਇੱਧਰ ਦਾ, ਇਸ ਕਰਕੇ ਸਾਰੇ ਬਾਹਰ ਨੌਜਵਾਨ ਜਾ ਰਹੇ ਨੇ। ਬਿਲਕੁਲ ਨੌਜਵਾਨ ਜਿਹੜਾ ਆ ਉਸ ਨੂੰ ਇਹੀ ਹੈਗਾ ਆ ਕਿ ਉਹ ਵਿਦੇਸ਼ ਦੇ ਵਿੱਚ ਜਿਹੜਾ ਆ ਉਹ ਜਾ ਕੇ ਤੇ ਉੱਥੇ ਜਾ ਕੇ ਆਪਣਾ ਕੰਮਕਾਜ ਕੋਈ ਨਾ ਕੋਈ ਜਿਹੜਾ ਆ ਉਹ ਚਲਾਉਣਾ ਚਾਹੁੰਦਾ ਆ। ਜੇਕਰ ਪੜ੍ਹਾਈ ਉਸ ਤੋਂ ਬਾਅਦ ਦੇ ਵਿੱਚ ਵਰਕ ਪਰਮਿਟ ਲੈ ਕੇ, ਤੇ ਇੱਥੇ ਬਹੁਤੀ ਗੱਲ ਤਾਂ ਇਹ ਹੈਗੀ ਕਿ ਨੌਜਵਾਨ ਵਾਪਸ ਜਿਹੜਾ ਆ ਉਹ ਆਉਣਾ ਹੀ ਨਹੀਂ ਚਾਹੁੰਦੇ। ਸੋ ਇਸ ਕਰਕੇ ਜਿਹੜਾ ਆ ਉਹ ਅਸੀਂ ਇੱਥੇ ਗੱਲਬਾਤ ਕਰਕੇ ਅਲੱਗ-ਅਲੱਗ ਲੋਕਾਂ ਦੇ ਵਿਊਜ਼ ਜਿਹੜੇ ਆ ਉਹ ਲੈ ਰਹੇ ਹਾਂ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ ਜਿਹੜੀ ਇਲੈਕਸ਼ਨ ਪੰਜਾਬ ਦੇ ਵਿੱਚ ਤੇ ਵਾਅਦੇ ਕਈ ਤਰ੍ਹਾਂ ਦੇ, ਹਰ ਇੱਕ ਆਪੋ ਆਪਣੇ ਗੱਲ ਜਿਹੜੀ ਆ ਉਹ ਕਰ ਰਿਹਾ ਕਿ ਅਸੀਂ ਆਹ ਦੇਵਾਂਗੇ, ਅਸਲ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਕੀ ਹੋਣਾ ਚਾਹੀਦਾ ਹੈ? ਇਲੈਕਸ਼ਨ ਦੇ ਬਾਰੇ 'ਚ ਮੈਂ ਤਾਂ ਇਹੀ ਸਮਝਦਾ ਹਾਂ ਕਿ ਜਿਹੜੇ 5 ਸਾਲ ਬਾਅਦ ਇਲੈਕਸ਼ਨ ਹੁੰਦੇ, ਇੰਨਾ ਖਰਚਾ ਹੁੰਦਾ ਹੈ, ਇਹਨਾਂ ਨਹੀਂ ਹੋਣਾ ਚਾਹੀਦਾ। ਇੱਕੋ ਸਾਰੇ ਕੰਟਰੀ 'ਚ ਇੱਕੋ ਹੀ ਇਲੈਕਸ਼ਨ ਇੱਕ ਵਾਰੀ ਹੋ ਜਾਣੇ ਚਾਹੀਦੇ ਆ ਕਿ ਰੂਲਿੰਗ ਪਾਰਟੀ ਸੇਮ ਹੋਵੇ, ਸਟੇਟ ਗੌਰਮੈਂਟ 'ਚ ਵੀ ਸੇਮ ਚੀਜ਼ ਹੋਵੇ, ਤੇ ਡਿਵੈਲਪਮੈਂਟ ਬਹੁਤ ਜ਼ਿਆਦਾ ਅੱਛੀ ਹੋਏਗੀ ਕੰਟਰੀ ਵਾਸਤੇ। ਤੇ ਲੇਕਿਨ ਜਿਹੜਾ 2022 ਦਾ ਇਲੈਕਸ਼ਨ ਪੰਜਾਬ ਬਾਰੇ ਤੁਸੀਂ ਪੁੱਛ ਰਹੇ ਹੋ, ਉਹਦੇ ਬਾਰੇ 'ਚ ਮੇਰਾ ਇਹੀ ਵਿਚਾਰ ਹੈ ਕਿ ਕਾਫੀ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਕਿ ਆਪਣਾ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਗੌਰਮੈਂਟ ਮਤਲਬ ਇੱਕ ਦੂਸਰੇ ਦੇ ਬਾਅਦ ਕੰਟੀਨਿਊ ਆ ਰਹੀ ਹੈ, ਤੇ ਲੇਕਿਨ ਪ੍ਰੋਗਰੈਸ ਪੰਜਾਬ ਦੀ ਉਨੀ ਨਹੀਂ ਹੋ ਰਹੀ ਜਿੰਨੀ ਕਿ ਸਾਰੇ ਬੰਦੇ ਐਕਸਪੈਕਟਡ ਕਰਦੇ ਆ। ਤੇ ਪੰਜਾਬ 'ਚ ਵਿੱਚ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਡਿਫਿਸਿਟ ਚੱਲ ਰਿਹਾ ਹੈ, ਬਜਟ ਇਹਨਾਂ ਦਾ ਹਮੇਸ਼ਾ ਘਾਟੇ 'ਤੇ ਜਾ ਰਿਹਾ, ਕਾਫੀ ਘਾਟੇ 'ਤੇ ਜਾ ਰਿਹਾ, ਸੋਰਸ ਆਫ ਇਨਕਮ ਘਟਦਾ ਜਾ ਰਿਹਾ, ਕੋਈ ਇੰਡਸਟਰੀ ਨਹੀਂ ਹੈ ਤੇ ਹੋ ਰਹੀ, ਲੋਕ ਇੱਥੋਂ ਸ਼ਿਫਟ ਹੋਣਾ ਚਾਹੁੰਦੇ, ਸਿਰਫ ਇੱਕ ਟੂਰਿਜ਼ਮ ਹੱਬ ਹੀ ਹੈ ਜਿਹੜਾ ਅਸੀਂ ਅੰਮ੍ਰਿਤਸਰ ਬਾਰੇ ਸੋਚਦੇ ਹਾਂ ਕਿ ਹੈ, ਉਹ ਵੀ ਪੂਰੀ ਤਰ੍ਹਾਂ ਅੱਛਾ ਨਹੀਂ ਹੈ। ਉਹਦੇ ਲਈ ਸਾਨੂੰ ਕੁਛ ਮੁੱਦੇ ਹੈਗੇ ਜੋ ਮੈਂ ਕਹਿਣਾ ਚਾਹੁੰਦਾ ਕਿ ਹੈਲਥ ਦਾ ਮੁੱਦਾ ਬਹੁਤ ਜ਼ਰੂਰੀ ਹੈ। ਜਿਹੜਾ ਵਰਲਡ ਵਾਈਡ ਦੇਖਿਆ ਜਾਵੇ, ਇੰਡੀਆ ਦੇ ਵਿੱਚ ਹੈਲਥ ਬਾਰੇ ਕੋਈ ਵੀ ਇੰਨਾ ਕੌਨਸ਼ੀਅਸ ਨਹੀਂ ਹੁੰਦੇ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਹੁੰਦੇ ਹੈ, ਤੇ ਉਹਨਾਂ ਨੂੰ ਇੱਕ ਐਸੀ ਪਾਲਿਸੀ ਲਿਆਉਣੀ ਚਾਹੀਦੀ ਹੈ ਕਿ ਬਿਲਕੁਲ ਹੀ ਫ੍ਰੀ ਹੋਵੇ ਸਾਡੇ ਲਈ, ਤੇ ਬਾਕੀ ਜਿਹੜੀ ਕਰਪਸ਼ਨ ਹੈ, ਕਰਪਸ਼ਨ ਘਟਣੀ ਚਾਹੀਦੀ ਹੈ। ਤੇ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਸੋਚਦੇ ਆਇਆ ਜੋ ਮੇਰਾ ਵਿਚਾਰ ਹੈ ਕਿ ਚੇਂਜ ਹੋਣਾ ਚਾਹੀਦਾ। ਚੇਂਜ ਇਜ਼ ਆਲਵੇਸ ਬੈਟਰ ਜੋ ਦੇਖਿਆ ਜਾਂਦਾ ਹੈ। ਤੇ ਮੇਰੀ ਸਾਰਿਆਂ ਅੱਗੇ ਇਹੀ ਅਪੀਲ ਹੈ ਕਿ ਆਪਣਾ ਜਿਹੜਾ ਵੋਟ ਦਾ ਹੱਕ ਹੈਗਾ ਉਹਦਾ ਇਸਤੇਮਾਲ ਸਹੀ ਰੂਪ 'ਚ ਕਰੋ, ਕਿਉਂਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਤੁਹਾਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਹਿੰਗਾਈ ਦਾ, ਫਿਰ ਦੂਸਰਾ ਭ੍ਰਿਸ਼ਟਾਚਾਰ ਹੈਗਾ ਵੈ ਕਾਫੀ,
ਫਿਰ ਤੁਸੀਂ ਇਹ ਦੇਖੋ ਕਿ ਜੋ ਅਸੀਂ ਐਕਸਪੈਕਟਡ ਕਰਦੇ ਆ ਕਿ ਸਾਨੂੰ ਬਿਜਲੀ ਫ੍ਰੀ ਹੋ ਜਾਏ, ਪਾਣੀ ਫ੍ਰੀ ਹੋ ਜਾਏ, ਲੇਕਿਨ ਰੈਵਨਿਊ ਵਧੇ ਨਹੀਂ, ਤੇ ਉਹਦੇ ਨਾਲ ਕੀ ਹੋਏਗਾ, ਕਰਪਸ਼ਨ ਹੀ ਵਧੇਗੀ। ਜੇ ਕਰਪਸ਼ਨ ਦੇ ਜ਼ਰੀਏ ਇਹ ਪੈਸਾ ਇਕੱਠਾ ਕਰਨਗੇ ਤਾਂ ਦੂਸਰਿਆਂ ਨੂੰ ਖੁਸ਼ ਕਰਨਗੇ, ਤੇ ਫਿਰ ਸਬਸਿਡੀ ਲਈ ਇੰਨਾ ਪੈਸਾ ਨਿਕਲ ਲਿਆ, ਉਹ ਯੂਟਿਲਾਈਜੇਸ਼ਨ ਪ੍ਰੋਪਰ ਨਹੀਂ ਹੋ ਰਹੀ। ਤੇ ਮੇਰੀ ਸਾਰਿਆਂ ਅੱਗੇ ਇਹੀ ਰਿਕੁਐਸਟ ਹੈ ਕਿ ਆਪਣੇ ਵੋਟ ਦਾ ਇਸਤੇਮਾਲ ਸਹੀ ਰੂਪ 'ਚ ਕੀਤਾ ਜਾਏ। ਧੰਨਵਾਦ। ਸੋ ਬਿਲਕੁਲ ਅਸੀਂ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਲੋਕਾਂ ਨੇ ਆਪਣੀ ਆਪਣੀ ਰਾਏ ਜਿਹੜੀ ਆ ਉਹ ਦਿੱਤੀ ਆ। ਹਰੇਕ ਦੇ ਅਲੱਗ-ਅਲੱਗ ਵਿਊ ਨੇ, ਪਰ ਜਿੱਥੋਂ ਤੱਕ ਗੱਲ ਕਰੀਏ ਕਿ ਪਾਰਟੀਆਂ ਦੀ ਗੱਲ ਕਰੀਏ ਤਾਂ ਖਾਸ ਤੌਰ ਦੇ ਉੱਤੇ ਲੋਕ ਜਿਹੜੇ ਆ ਰਵਾਇਤੀ ਪਾਰਟੀਆਂ ਜਿਹੜੀਆਂ ਆ ਉਹਨਾਂ ਤੋਂ ਜ਼ਰੂਰ ਔਖੇ ਕਿਤੇ ਨਾ ਕਿਤੇ ਨਜ਼ਰ ਆ ਰਹੇ ਆ, ਤੇ ਨਵੀਆਂ ਪਾਰਟੀਆਂ ਜਾਂ ਨਵੇਂ ਲੋਕ ਜਿਹੜੇ ਆ ਰਹੇ ਆ ਉਹਨਾਂ ਨੂੰ ਮੌਕਾ ਦੇਣ ਦੀ ਗੱਲ ਜਿਹੜੀ ਆ ਉਹ ਜ਼ਰੂਰ ਹੋ ਰਹੀ ਆ। ਸੋ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪਬਲਿਕ ਦੀ ਰਾਏ ਵੀ ਲਵਾਂਗੇ, ਤੇ ਨਾਲ ਜਿਹੜੇ ਕੈਂਡੀਡੇਟ ਇਸ ਵੇਲੇ ਇਲੈਕਸ਼ਨ ਲੜ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਇੱਥੇ ਆਗਿਆ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।